वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਸ੍ਰੀ ਗੁਰੂ ਨਾਨਕ ਚਮਤਕਾਰ ਆਪਾਂ ਵਿਚਾਰ ਰਹੇ ਹਾਂ। ਭਾਈ ਵੀਰ ਸਿੰਘ ਜੀ ਦੁਆਰਾ ਜੋ ਰਚਿਤ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਪਿਆਰ ਭਰੀਆਂ ਸਾਖੀਆਂ, ਜਿਨ੍ਹਾਂ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਧ ਸੰਗਤ ਇਹ ਗੁਰਬਾਣੀ ਦੀ ਵਿਆਖਿਆ ਹੀ ਹੈ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਉਪਦੇਸ਼ ਦਿੰਦੇ ਨੇ, ਭਾਈ ਵੀਰ ਸਿੰਘ ਜੀ ਉਹਨੂੰ ਗੁਰਬਾਣੀ ਦਾ ਕੋਈ ਨਾ ਕੋਈ ਸ਼ਬਦ ਲੈ ਕੇ ਉਹਦੀ ਵਿਆਖਿਆ ਕਰਦੇ ਨੇ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਰਵਣ ਕੀਤਾ ਹੈ ਹੁਣ ਤੱਕ ਕਿ ਸੱਜਣ ਠੱਗ ਨੂੰ ਤਾਰਦੇ ਹੋਏ ਸਤਿਗੁਰੂ ਭਾਈ ਲਾਲੋ ਦੇ ਕੋਲੋਂ ਮਲਕ ਭਾਗੋ ਤੋਂ ਸੱਜਣ ਠੱਗ ਕੋਲ ਪਹੁੰਚਦੇ ਆ। ਇੱਥੋਂ ਗੁਰੂ ਨਾਨਕ ਸਾਹਿਬ ਚੱਲ ਕੇ ਹਰਿਦੁਆਰ ਆਏ। ਹਰਿਦੁਆਰ ਪੰਡਤਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਕੁਰੂਕਸ਼ੇਤਰ ਦੀ ਧਰਤੀ ਤੇ ਨਾਨੂ ਪੰਡਤ ਨੂੰ ਉਪਦੇਸ਼ ਦਿੰਦੇ ਆ। ਉੱਥੋਂ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਣੀਪਤ ਜਾਂਦੇ, ਉੱਥੇ ਇੱਕ ਫਕੀਰ ਨੂੰ ਉਪਦੇਸ਼ ਦਿੰਦੇ ਆ। ਫਿਰ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਿੱਲੀ ਪਹੁੰਚਦੇ ਤੇ ਦਿੱਲੀ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਦਾ ਉਸ ਸਮੇਂ ਦਾ ਜਿਹੜਾ ਸਾਧ ਸੰਗਤ ਰਾਜਾ ਸੀ, ਕਿਉਂਕਿ ਦਿੱਲੀ ਦਾ ਉਸ ਸਮੇਂ ਪਾਤਸ਼ਾਹ ਜਿਹੜਾ ਸੀ ਉਹ ਇਬਰਾਹਿਮ ਲੋਧੀ ਸੀ। ਬਾਬਰ ਦਾ ਰਾਜ ਅਜੇ ਨਹੀਂ ਸੀ ਆਇਆ। ਇਬਰਾਹਿਮ ਲੋਧੀ ਵੰਸ਼ ਦਾ ਜਿਹੜਾ ਰਾਜਾ ਸੀ ਉਹਦਾ ਰਾਜ ਸੀ। ਮਹਾਰਾਜ ਨੇ ਤੇ ਹਾਥੀ ਜਿਉਂਦਾ ਕੀਤਾ, ਜਿਹਦੀ ਖਬਰ ਇਹਦੇ ਤੱਕ ਪਹੁੰਚੀ। ਇਹ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ। ਮਹਾਰਾਜ ਨੇ ਇਹਨੂੰ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਫਿਰ ਸਾਧ ਸੰਗਤ ਇੱਥੇ ਆਪ ਜੀ ਨੇ ਥੋੜਾ ਜਿਹਾ ਧਿਆਨ ਦੇਣਾ ਕਿ ਜਿਹੜੀ ਪੁਰਾਤਨ ਜਨਮ ਸਾਖੀ ਹੈ ਉਹਦੇ ਵਿੱਚ ਇਹ ਉਲੇਖ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਤੋਂ ਆਪਣੀ ਪਹਿਲੀ ਜਿਹੜੀ ਯਾਤਰਾ ਹੈ, ਪਹਿਲੀ ਉਦਾਸੀ ਆਰੰਭ ਕਰਦੇ ਆ। ਭਾਵੇਂ ਕਿ ਪਹਿਲੀ ਉਦਾਸੀ ਆਰੰਭ ਹੋ ਗਈ ਸੀ ਸੁਲਤਾਨਪੁਰ ਦੀ ਧਰਤੀ ਤੋਂ ਹੀ, ਜਦੋਂ ਗੁਰੂ ਨਾਨਕ ਸਾਹਿਬ ਨਿਕਲਦੇ ਆ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਕੋਲ ਪਹੁੰਚਦੇ ਆ ਸਭ ਤੋਂ ਪਹਿਲਾਂ। ਪਰ ਪੁਰਾਤਨ ਜਨਮ ਸਾਖੀ ਇਹ ਗੱਲ ਕਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਖਾਸ ਤਰ੍ਹਾਂ ਦੇ ਵਸਤਰ ਜਿਹੜੇ ਸੀ ਉਹ ਧਾਰਨ ਕੀਤੇ ਦਿੱਲੀ ਆ ਕੇ। ਗੁਰੂ ਨਾਨਕ ਸਾਹਿਬ ਜੀ ਪਹਿਲਾਂ ਸੁਲਤਾਨਪੁਰੋਂ ਤੁਰਦੇ ਆ, ਪਹਿਲੋਂ ਜਾਂਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਕੋਲ। ਉੱਥੋਂ ਕਿਉਂਕਿ ਉਦੋਂ ਸਿਰਫ ਮਹਾਰਾਜ ਨੇ ਇੱਕ ਫਕੀਰਾਂ ਵਾਲਾ ਆਮ ਜਿਹਾ ਕੱਪੜੇ ਪਾਏ ਸਨ। ਉੱਥੋਂ ਗੁਰੂ ਨਾਨਕ ਸਾਹਿਬ ਹੁੰਦੇ ਹੋਏ ਫਿਰ ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤਾ ਕਿ ਸੱਜਣ ਠੱਗ ਕੋਲੋਂ ਫਿਰ ਹਰਿਦੁਆਰ, ਫਿਰ ਕੁਰੂਕਸ਼ੇਤਰ, ਫਿਰ ਪਾਣੀਪਤ, ਫਿਰ ਦਿੱਲੀ। ਦਿੱਲੀ ਮਹਾਰਾਜ ਰੁਕਦੇ ਆ। ਇੱਥੇ ਗੁਰੂ ਨਾਨਕ ਸਾਹਿਬ ਜੀ ਜੋ ਪੁਰਾਤਨ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਮਹਾਰਾਜ ਜਿਹੜੇ ਹਨ ਉਹ ਵਿਸ਼ੇਸ਼ ਤਰ੍ਹਾਂ ਦੇ ਵਸਤਰ ਧਾਰਨ ਕਰਦੇ ਆ, ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਆ। ਉਹਦੇ ਵਿੱਚ ਲਿਖਿਆ, ਮੈਂ ਹੂਬਹੂ ਇੱਕ ਵਾਰੀ ਪੜ੍ਹ ਕੇ ਆਪ ਜੀ ਨੂੰ ਦੱਸ ਦੇਵਾਂ ਫਿਰ ਅਰਥ ਕਰਾਂਗੇ। ਪੁਰਾਤਨ ਜਨਮ ਸਾਖੀ ਚ ਲਿਖਿਆ ਕਿ ਪ੍ਰਥਮ ਉਦਾਸੀ ਪੂਰਵ ਕੀ ਤਿਤ ਉਦਾਸੀ ਨਾਲ ਮਰਦਾਨਾ ਰਬਾਬੀ ਥਾ ਤਦਹੋਂ ਕੋ ਪੌਣ ਆਹਾਰ ਕੀਆ ਪਹਿਰਾਵਾ ਬਾਬੇ ਕਾ ਇੱਕ ਬਸਤਰ ਅੰਬੋਆ ਇੱਕ ਬਸਤਰ ਚਿੱਟਾ। ਅੰਬੋਆ ਬਸਤਰ ਰੇਸ਼ਮੀ ਕੱਪੜਾ ਹੁੰਦਾ ਸਾਧ ਸੰਗਤ, ਕਿ ਮਹਾਰਾਜ ਨੇ ਇੱਕ ਚਿੱਟੇ ਰੰਗ ਦਾ ਵਸਤਰ ਤੇ ਇੱਕ ਸਤਿਗੁਰਾਂ ਨੇ ਰੇਸ਼ਮੀ ਰੰਗ ਦਾ ਵਸਤਰ ਪਹਿਨਿਆ। ਇੱਕ ਪੈਰ ਜੁੱਤੀ, ਇੱਕ ਪੈਰ ਖੌਂਸ, ਗਲ ਕਫਨੀ। ਖੌਂਸ ਦਾ ਅਰਥ ਹੁੰਦਾ ਖੜਾ। ਮਹਾਰਾਜ ਨੇ ਇੱਕ ਪੈਰ ਦੇ ਵਿੱਚ ਜੁੱਤੀ ਪਹਿਨੀ, ਇੱਕ ਪੈਰ 'ਚ ਖੌਂਸ ਪਹਿਨੀ ਹੈ, ਖੜਾ ਪਹਿਨੀ ਹੈ। ਸਿਰ ਟੋਪੀ ਕਲੰਦਰੀ, ਮਾਲਾ ਹੱਡਾਂ ਕੀ, ਮੱਥੇ ਤਿਲਕ ਕੇਸਰ ਕਾ। ਸੋ ਸਤਿਗੁਰਾਂ ਨੇ ਇਹ ਜਿਹੜਾ ਹੈ ਪਹਿਰਾਵਾ ਪਹਿਨਿਆ, ਗਲ ਦੇ ਵਿੱਚ ਇੱਕ ਮਾਲਾ ਪਹਿਨ ਲਈ ਹੈ, ਸਿਰ ਉੱਤੇ ਜਿਵੇਂ ਮੁਸਲਮਾਨ ਟੋਪੀ ਜੀ ਲੈਂਦੇ ਆ ਸ਼ੇਖਾਂ ਵਾਲੀ, ਉਹ ਮਹਾਰਾਜ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਹਿਰਾਵਾ ਸੀ ਸਾਧ ਸੰਗਤ, ਇਹ ਹਿੰਦੂ ਤੇ ਮੁਸਲਮਾਨਾਂ ਦਾ ਰਵਾਂ ਪਹਿਰਾਵਾ ਸੀ। ਜਿਵੇਂ ਮਖੌਲੀਆ ਜਿਹਾ ਪਹਿਰਾਵਾ ਮਹਾਰਾਜ ਪਹਿਨ ਕੇ ਨਿਕਲੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸੀ ਕਿ ਜਦੋਂ ਵੀ ਮਹਾਰਾਜ ਜਿੱਥੇ ਵੀ ਜਾਣ ਉੱਥੇ ਸਤਿਗੁਰਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਵੇ, ਲੋਕ ਖਾਸ ਕਰਕੇ ਮਹਾਰਾਜ ਵੱਲ ਵੇਖਣ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਖਾਸ ਤਰ੍ਹਾਂ ਦਾ ਰਵਾਂ ਜਿਹਾ ਪਹਿਰਾਵਾ ਪਹਿਨਿਆ। ਹੱਡੀਆਂ ਦੀ ਮਾਲਾ ਮਹਾਰਾਜ ਨੇ ਗਲ 'ਚ ਪਹਿਨ ਲਈ, ਕਲੰਦਰੀ ਦੀ ਟੋਪੀ ਮਹਾਰਾਜ ਨੇ ਸਿਰ ਤੇ ਰੱਖ ਲਈ ਤੇ ਮੱਥੇ ਤੇ ਕੇਸਰ ਦਾ ਤਿਲਕ ਵੀ ਲਾ ਲਿਆ। ਹੁਣ ਨਾ ਪਤਾ ਲੱਗਦਾ ਗੁਰੂ ਨਾਨਕ ਸਾਹਿਬ ਮੁਸਲਮਾਨ ਹਨ ਤੇ ਨਾ ਹੀ ਪਤਾ ਲੱਗਦਾ ਕਿ ਹਿੰਦੂ ਹਨ। ਇਹ ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਹੈ
ਕਿ ਧੰਨ ਗੁਰੂ ਨਾਨਕ ਸਾਹਿਬ ਜੀ ਪੈਣ ਕੇ ਦਿੱਲੀ ਤੋਂ ਚੱਲੇ, ਤਾਂ ਕਰਕੇ ਇੱਥੋਂ ਪੁਰਾਤਨ ਜਨਮ ਸਾਖੀ ਕਹਿੰਦੀ ਹੈ ਕਿ ਦਿੱਲੀ ਤੋਂ ਗੁਰੂ ਸਾਹਿਬ ਨੇ ਜਿਹੜੀ ਹੈ ਪਹਿਲੀ ਆਪਣੀ ਉਦਾਸੀ ਆਰੰਭ ਕੀਤੀ। ਪਰ ਜ਼ਿਆਦਾਤਰ ਇਤਿਹਾਸ 'ਚ ਇਹੀ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਆਪਣੀ ਸੁਲਤਾਨਪੁਰ ਤੋਂ ਆਰੰਭ ਕੀਤੀ ਹੈ, ਜੋ ਆਪ ਜੀ ਪਿੱਛੇ ਸਰਵਣ ਕਰ ਆਏ। ਸੋ ਗੁਰੂ ਨਾਨਕ ਸਾਹਿਬ ਇੱਥੋਂ ਵਿਸ਼ੇਸ਼ ਤੌਰ ਤੇ ਪਹਿਰਾਵਾ ਪਹਿਨ ਕੇ ਤੁਰੇ ਆ, ਤੇ ਇੱਥੋਂ ਮਹਾਰਾਜਾ ਜੀ ਦਿੱਲੀਓਂ ਦੂਰ ਗਏ ਸਨ ਕਿ ਅੱਗੋਂ ਸ਼ੇਖ ਵਜੀਦ ਮਹਾਰਾਜ ਨੂੰ ਆਣ ਕੇ ਮਿਲਿਆ ਹੈ, ਤੇ ਉਹਦਾ ਪ੍ਰਸੰਗ ਅੱਗੇ ਆਉਂਦਾ ਹੈ। ਸ਼ੇਖ ਵਜੀਦ ਕੌਣ ਸੀ ਸਾਧ ਸੰਗਤ? ਇਹ ਜਿਹੜਾ ਸ਼ੇਖ ਵਜੀਦ ਸੀ ਸਾਧ ਸੰਗਤ, ਵਜੀਦ ਦਾ ਮੂਲ ਹੈ ਅਰਬੀ ਦਾ ਪਦ ਵਜੀਦ। ਇਹ ਇਹਨਾਂ ਵਿੱਚ ਕਈ ਹੋਏ ਆ ਵਜੀਦ ਜਿਹੜੇ ਆ। ਵਜੀਦ ਇੱਕ ਸ਼ਹਿਰ ਹੈ, ਉਹਦਾ ਨਾਮ, ਇੱਕ ਫਕੀਰ ਇਹਦਾ ਨਾਮ ਈਰਾਨ ਦੇ ਵਿੱਚ ਹੋਇਆ ਇਹ ਫਕੀਰ, ਤੇ ਇੱਕ ਫਕੀਰ ਪੰਜਾਬ ਦੇ ਵਿੱਚ ਵਜੀਦਾ ਕਰਕੇ ਪ੍ਰਸਿੱਧ ਹੈ। ਤੇ ਇਹਦੇ ਪੰਜਾਬੀ ਦੀ ਛੰਦ ਲੋਕਾਂ ਨੂੰ ਕਈ ਜਾਂਦੇ ਆ, ਜਿਵੇਂ ਇੱਕ ਪੰਜਾਬੀ ਦਾ ਛੰਦ ਹੈ ਨਾ, ਕੌਣ ਵਜੀਦਾ ਕੌਣ ਕਹੇ ਸਾਹਿਬ ਨੂੰ ਇੰਜ ਦੀ ਤੇ ਇੰਜ ਕਰ, ਉਹ ਵੀ ਇੱਕ ਵਜੀਦਾ ਜਿਹੜਾ ਹੈ ਸਾਧ ਸੰਗਤ ਹੋਇਆ ਹੈ, ਉਹਦਾ ਵੀ ਜਿਹੜਾ ਹੈ ਵਿਸ਼ੇਸ਼ ਤੌਰ ਤੇ ਲਿਖਿਆ ਮਿਲਦਾ ਹੈ ਛੰਦ ਜਿਹੜੇ ਪੰਜਾਬੀ ਦੇ ਵਿੱਚ ਆਪਾਂ ਯਾਦ ਕਰਦੇ ਹਾਂ। ਸੋ ਇਹ ਵਜੀਦ ਉਹ ਸੀ ਕਿ ਕੋਈ ਹਿੰਦੁਸਤਾਨੀ ਫਕੀਰ ਹੈ, ਜੇ ਖੋਜ ਨਹੀਂ ਹੋਈ, ਪਤਾ ਨਹੀਂ ਇਹ ਉਹੀ ਵਜੀਦਾ ਸੀ ਜਿਹਦੀ ਆਪਾਂ ਕਾਵਿ ਰਚਨਾ ਪੜ੍ਹਦੇ ਹਾਂ ਕਿ ਵਜੀਦਾ ਕੌਣ ਕਹੇ ਸਾਹਿਬ ਨੂੰ ਇੰਜ ਦੀ ਤੇ ਇੰਜ ਕਰ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਪਤਾ ਨਹੀਂ ਇਹ ਉਹ ਫਕੀਰ ਸੀ ਜਾਂ ਕੋਈ ਹੋਰ ਸੀ, ਇਹ ਹਜੇ ਗੌਲ ਤਰਬ ਹੈ। ਹੁਣ ਵਜੀਦੇ ਦੀ, ਸੈਯਦ ਵਜੀਦੇ ਦੀ ਸਾਖੀ ਹੁੰਦੀ ਹੈ। ਕੀ ਸਾਖੀ ਹੈ ਉਹ ਆਪ ਜੀ ਨੇ ਹੁਣ ਧਿਆਨ ਦੇ ਨਾਲ ਸਾਧ ਸੰਗਤ ਸਰਵਣ ਕਰਨਾ। ਗੁਰੂ ਨਾਨਕ ਸਾਹਿਬ ਦਿੱਲੀੋਂ ਤੁਰੇ ਨੇ, ਗੁਰੂ ਜੀ ਘਰਾਂ ਨੂੰ ਹੀ ਮੁੜੇ, ਦਿੱਲੀੋਂ ਅੱਗੇ ਤੁਰ ਪਏ, ਵਾਪਸ ਨਹੀਂ ਮੁੜੇ। ਭੇਖ ਮਾਰਨ ਨੇ ਅਜਬ ਦਾ ਫਕੀਰੀ ਦਾ ਧਾਰਨ ਕੀਤਾ ਸੀ, ਕਿਸੇ ਇੱਕ ਮੱਕ ਦੀ ਕੋਈ ਗੱਲ ਨਹੀਂ ਸੀ। ਤੁਰੇ ਜਾਂਦਿਆਂ ਨੇ ਰਸਤੇ 'ਚ ਇੱਕ ਥਾਂ ਬੈਠ ਕੇ ਕੀਰਤਨ ਸੁਣਿਆ, ਫਿਰ ਮਹਾਰਾਜ ਆਰਾਮ ਕਰਨ ਬੈਠ ਗਏ। ਦੂਰ ਸਾਹਮਣੇ ਇੱਕ ਹੋਰ ਸਾਏਦਾਰ ਦਾ ਰੁੱਖ ਸੀ, ਬੜਾ ਸ਼ਾਨਦਾਰ ਰੁੱਖ ਸੀ। ਥੋੜੇ ਚਿਰ ਪਿੱਛੋਂ ਉਹਦੇ ਹੇਠ ਇੱਕ ਪਾਲਕੀ ਆਣ ਕੇ ਠਹਿਰੀ, ਤੇ ਪਾਲਕੀ ਦੇ ਵਿੱਚ ਇੱਕ ਜਲ ਜਲੋ ਵਾਲਾ ਪੀਰ ਸੀ, ਬੜੇ ਜਲਾਉ ਵਾਲਾ। 6 ਕਹਾਰਾਂ ਨੇ ਉਹ ਪਾਲਕੀ ਜਿਹੜੀ ਉਹ ਚੁੱਕੀ ਹੋਈ ਸੀ। 6 ਕੁਹਾਰ, ਕਹਾਰ ਤੁਸੀਂ ਜਾਣਦੇ ਹੋ ਜਾਤ ਹੈ ਜਿਹੜੀ ਪਾਲਕੀ ਚੁੱਕਦੀ ਸੀ ਪੁਰਾਣੇ ਸਮਿਆਂ 'ਚ। ਕਹਾਰਾਂ ਨੇ ਉਹ ਪਾਲਕੀ ਚੁੱਕੀ ਹੋਈ ਸੀ, ਤੇ ਪੀਰ ਜੀ ਸਫ਼ਰ ਕਰ ਰਹੇ ਸਨ ਇਸ ਸੁਖਪਾਲ ਦੇ ਵਿੱਚ। ਇਹਦਾ ਨਾਮ ਵਜੀਦ ਸੀ, ਇਸ ਪੀਰ ਦਾ ਨਾਮ ਜਿਹੜਾ ਸੀ ਉਹ ਵਜੀਦ ਸੀ। ਤੇ ਪਾਲਕੀ ਤੋਂ ਉਤਰ ਕੇ ਆਪ ਕਹਿਣ ਲੱਗ ਪਿਆ, ਤੇ ਕਹਾਰਾਂ ਨੇ ਉਹਦੇ ਵਾਸਤੇ ਵਿਛਾਈ ਵਿਛਾ ਦਿੱਤੀ, ਤੇ ਆਪ ਜਿਹੜੇ ਕਹਾਰ ਸੀ ਉਹ ਲੇਟ ਗਏ। ਤਦ ਕੁਝ ਕਹਾਰ ਤਾਂ ਉਹਨੂੰ ਘੁੱਟਣ ਦੱਬਣ ਲੱਗ ਪਏ ਜਦੋਂ ਲੰਮੇ ਪਿਆ, ਤੇ ਕੁਝ ਨੂੰ ਪੱਖਾ ਝੱਲਣ ਲੱਗ ਪਏ। ਇੱਕ ਪਾਣੀ ਲੈਣ ਖੂਹ ਤੇ ਚਲਾ ਗਿਆ। ਤਦੋਂ ਮਰਦਾਨੇ ਨੇ ਵੇਖਿਆ ਤੇ ਗੁਰੂ ਜੀ ਪੁੱਛਣ ਲੱਗਾ ਕਿ ਕਿਉਂ ਭਲਾ ਜੀਓ ਜੀ, ਖੁਦਾ ਇੱਕ ਹੈ ਕਿ ਦੋ? ਤੇ ਗੁਰੂ ਸਾਹਿਬ ਨੇ ਹੱਸ ਕੇ ਆਖਿਆ ਖੁਦਾ ਇੱਕ ਹੈ ਮਰਦਾਨਿਆਂ। ਤੇ ਮਰਦਾਨੇ ਨੇ ਅੱਗੇ ਕਿਹਾ, ਕਹਿੰਦਾ ਚੜ ਕੇ ਆਇਆ ਕਿਸ ਦੀ ਪੈਦਾਇਸ਼ ਹੈ, ਤੇ ਚੱਕ ਕੇ ਲਿਆਏ ਕਿਸ ਦੀ ਪੈਦਾਇਸ਼ ਆ। ਉਹਨਾਂ ਵੱਲ ਵੇਖ ਕੇ ਸਵਾਲ ਜਵਾਬ ਹੋ ਰਹੇ ਆ, ਇਹ ਜਿਹੜੇ ਚੱਕ ਕੇ ਲਿਆਏ ਉਹ ਕਿਹਦੀ ਪੈਦਾਇਸ਼ ਹੈ, ਤੇ ਜਿਹੜਾ ਚੜ ਕੇ ਆਇਆ ਉਹ ਕਿਹਦੀ ਪੈਦਾਇਸ਼ ਹੈ। ਤੇ ਨਾਲੇ ਤਾਂ ਇਹ ਚੜ ਕੇ ਆਇਆ ਤੇ ਨਾਲੇ ਥੱਕ ਗਿਆ ਹੈ। ਮਹਾਰਾਜ ਨੂੰ ਕਹਿੰਦਾ ਨਾਲੇ ਤੇ ਇਹ ਪਾਲਕੀ 'ਚ ਬਹਿ ਕੇ ਆਇਆ, ਨਾਲੇ ਥੱਕ ਗਿਆ, ਨਾਲੇ ਲੱਤਾਂ ਘਟਾਉਂਦਾ, ਨਾਲੇ ਉਹ ਤੁਰ ਕੇ ਆਏ ਹਨ, ਨਾਲੇ ਉਹ ਘੁੱਟਦੇ ਹਨ, ਫਿਰ ਇਹ ਹੋਰ ਕੰਮ ਵੀ ਪਏ ਕਰਦੇ ਆ। ਮਹਾਰਾਜ ਨਾਲੇ ਪਾਣੀ ਭਰਦੇ ਪਏ ਆ, ਨਾਲੇ ਇਹਨੂੰ ਘੁੱਟਦੇ ਪਏ, ਕਿੰਨਾ ਕੁ ਥੱਕ ਗਿਆ ਹੋਇਆ। ਮਹਾਰਾਜ ਰੱਬ ਮੈਨੂੰ ਲੱਗਦਾ 2 ਆ, ਇੱਕ ਨਹੀਂ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੁਰਨ ਦੇ ਸੁਭਾਅ ਵਾਲੇ ਤੁਰਦੇ ਨਹੀਂ ਥੱਕਦੇ, ਤੁਰ ਕੇ ਭੁੱਖ ਲੱਗਦੀ ਹੈ ਖਾਂਦੇ ਹਨ ਤੇ ਨਰੋਏ ਰਹਿੰਦੇ ਹਨ। ਬੈਠੇ ਬੈਠਣ ਨਾਲ ਥੱਕ ਜਾਂਦੇ ਹਨ, ਭੁੱਖ ਮਰ ਜਾਂਦੀ ਹੈ, ਥੋੜਾ ਖਾਣ ਤਾਂ ਤਾਣ ਘਟ ਜਾਂਦਾ ਹੈ ਤੇ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ। ਜੇ ਵਧੇਰਾ ਖਾਣ ਤਾਂ ਨਰੋਏ ਨਹੀਂ ਰਹਿੰਦੇ, ਤਾਂ ਵੀ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ। ਤੁਰਦਾ ਫਿਰਦਾ ਨਾ ਮਰੇ ਤੇ ਬੈਠੜਾ ਮਰ ਜਾਏ। ਮਹਾਰਾਜ ਕਹਿੰਦੇ ਇਹ ਹਾਲ ਹੁੰਦੀ ਹੈ ਜਿਹੜਾ ਬੰਦਾ ਤੁਰਦਾ ਫਿਰਦਾ ਹੈ, ਉਹਨੂੰ ਭੁੱਖ ਲੱਗਦੀ ਹੈ, ਖਾ ਲੈਂਦਾ ਤੇ ਫਿਰ ਨਰੋਆ ਹੋ ਜਾਂਦਾ। ਪਰ ਜਿਹੜੇ ਬੈਠੇ ਰਹਿੰਦੇ ਆ ਉਹ ਥੱਕ ਜਾਂਦੇ ਆ, ਉਹਨਾਂ ਨੂੰ ਭੁੱਖ ਨਹੀਂ ਲੱਗਦੀ, ਤੇ ਮਹਾਰਾਜ ਕਹਿੰਦੇ ਉਹ ਛੇਤੀ ਮਰ ਜਾਂਦੇ ਆ। ਜਿਹੜੇ ਸਰੀਰ ਕਰਕੇ ਥੱਕਦੇ ਆ ਮਾੜਾ ਮੋਟਾ ਤੁਰਨ ਕਰਕੇ, ਪਰ ਮਹਾਰਾਜ ਕਹਿੰਦੇ ਜਿਹੜਾ ਤੁਰਨ ਜਾਣਦੇ ਆ ਉਹ ਮਹਾਰਾਜ ਕਹਿੰਦੇ ਨਹੀਂ ਥੱਕਦੇ ਮਰਦਾਨੇ ਆ। ਫਿਰ ਭਾਈ ਮਰਦਾਨੇ ਨੇ ਕਿਹਾ ਕਿ ਸਤਿਗੁਰੂ ਜੀਓ ਸੁਖਪਾਲ 'ਚ ਤਾਂ ਇਹ ਚੜਿਆ ਸੀ ਕਿ ਥੱਕਾ ਨਾ, ਹੁਣ ਉਹ ਭਾਵੇਂ ਥੱਕਾ ਹੈ ਕਿ ਨਹੀਂ ਪਰ ਘਟਾਉਂਦਾ ਪਿਆ ਹੈ। ਮਹਾਰਾਜ ਨੂੰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਸ ਪਾਲਕੀ 'ਚ ਚੜਿਆ ਸੀ ਉਦੋਂ ਤੇ ਥੱਕਿਆ ਨਾ,
ਹੁਣ महाराज जी भावें थकिया है कि नहीं पर अपने आप ਨੂੰ ਘਟਵਾਉਂਦਾ ਜ਼ਰੂਰ ਪਿਆ। सतगुरु जी मुस्कुराए ਤੇ ਕਹਿਣ ਲੱਗੇ ਮਰਦਾਨਿਆ ਇਸ ਵਿਚਾਰੇ ਨੇ ਦੋ ਠਿਕਾਣਾ ਹਨ ਘਟਾਵੇ ਨਾ ਤਾਂ ਕੀ ਕਰੇ ਪਿਛਲੇ ਜਨਮ ਤਪ ਕੀਤੇ ਹੱਕ ਕੀਤੇ ਰਾਤਾਂ ਜਾਗੇ ਪਾਲਾਂ ਸਹਾਰੇ ਕੱਕਰ ਦੇ ਪਾਣੀਆਂ ਚ ਨਾਤੇ ਨੀਰ ਧੱਜ ਕੀਤੇ ਜੋ ਸਿੱਧੀਆਂ ਕਰਾਮਾਤਾਂ ਪ੍ਰਾਪਤ ਹੋਣ ਸੋ ਥੱਕ ਗਏ। ਮਹਾਰਾਜ ਕਹਿੰਦੇ ਇੰਨਾ ਕੁਝ ਕੀਤਾ ਤੇ ਵਿਚਾਰਾ ਥੱਕ ਗਿਆ ਹੈ। ਪਿਛਲੇ ਜਨਮ ਚ ਨੇ ਇੰਨਾ ਕੁਝ ਕੀਤਾ ਤਪ ਕੀਤੇ ਬੜਾ ਕੁਝ ਕੀਤਾ ਇਹ ਤਾਂ ਕਰਕੇ ਥੱਕਿਆ। ਤੇ ਫਿਰ ਦੂਸਰਾ ਮਨ ਨੇ ਕਿਹਾ ਹੁਣ ਤਪਾਂ ਨੂੰ ਫਲ ਲੱਗ ਗਿਆ ਹੈ ਹੁਣ ਸਤਿਗੁਰ ਕਹਿੰਦੇ ਰਾਜ ਵਿਭਾਗ ਮਿਲ ਗਿਆ ਹੈ ਤੇ ਇਹਦੇ ਪ੍ਰਬੰਧ ਕਰਨ ਵਿੱਚ ਤੇ ਇਹਦੇ ਮਿਲੇ ਸੁੱਖਾਂ ਦੇ ਭੋਗਾਂ ਦੇ ਵਿੱਚ ਥਕਾਨ ਹੁੰਦੀ ਹੈ। ਦੋਨੇ ਥਕਾਨ ਹਨ ਘਟਾਵੇ ਨਾਲ ਤੇ ਵਿਚਾਰਾ ਕੀ ਕਰੇ। ਮਹਾਰਾਜ ਹੱਸ ਕੇ ਕਹਿੰਦੇ ਸਤਿਗੁਰ ਕਹਿੰਦੇ ਇੱਕ ਤੇ ਇਹਨੂੰ ਪਿਛਲੇ ਜਨਮਾਂ ਦੀ ਥਕਾਵਟ ਹੈ। ਪਿਛਲੇ ਜਨਮਾਂ 'ਚ ਇਹਨੇ ਬੜਾ ਤਪ ਕੀਤਾ ਸੀ ਪੁੱਠੇ ਲਮਕ ਕੇ ਪਾਣੀ 'ਚ ਖਲੋ ਕੇ ਹੱਜ ਕੀਤੇ ਸੀ ਯਾਤਰਾ ਕੀਤੀਆਂ ਸੀ ਸਿੱਧੀਆਂ ਕੱਕਰ ਪਾਲਿਆਂ ਦੇ ਵਿੱਚ ਬੜਾ ਕੁਝ ਕੀਤਾ ਇੱਕ ਤੇ ਉਹ ਥਕਾਵਟ ਹੈ ਤੇ ਦੂਸਰੀ ਮਾਰ ਕਹਿੰਦੇ ਇਹਨੂੰ ਇਹ ਥਕਾਵਟ ਹੈ ਕਿ ਉਹ ਹੁਣ ਤਪ ਕਰਨ ਕਰਕੇ ਇਹਨੂੰ ਰਾਜ ਮਿਲ ਗਿਆ ਤੇ ਰਾਜ ਮਿਲਣ ਕਰਕੇ ਹੁਣ ਇਹਨੂੰ ਆਪਣਾ ਰਾਜ ਦਾ ਪ੍ਰਬੰਧ ਕਰਨਾ ਪੈਂਦਾ ਹੈ ਤੇ ਉਹਦੇ ਸੁੱਖਾਂ ਦੇ ਭੋਗਾਂ ਨੂੰ ਭੋਗ ਕੇ ਥੱਕ ਜਾਂਦਾ ਹੈ। ਮਾਰ ਕਹਿੰਦੇ ਹੁਣ ਵਿਚਾਰਾ ਘਟਾਵੇ ਆਪਣੇ ਆਪ ਨੂੰ ਤਾਂ ਤੇ ਹੋਰ ਕੀ ਕਰੇ। ਸਤਿਗੁਰੂ ਜੀ ਨੇ ਹੱਸ ਕੇ ਕਿਹਾ ਹੈ। ਫਿਰ ਭਾਈ ਮਰਦਾਨਾ ਕਹਿੰਦਾ ਕਿ ਫਿਰ ਜੀ ਇਹ ਕੀ ਗੱਲ ਹੋਈ ਕਿ ਇੱਥੇ ਕੋਈ ਸੁਖੀ ਹੈ ਕੋਈ ਦੁਖੀ ਇਹਦਾ ਕੀ ਕਾਰਨ ਹੈ ਮਹਾਰਾਜ ਇਹਦਾ ਕੀ ਗੱਲ ਬਣੀ ਮਹਾਰਾਜ ਜੀ ਜਿਹੜਾ ਇੱਥੇ ਸੁਖੀ ਹੈ ਕੋਈ ਦੁਖੀ ਇਹਦਾ ਕੀ ਕਾਰਨ ਹੈ ਕੋਈ ਦੁੱਖ 'ਚ ਹੈ ਕੋਈ ਸੁੱਖ 'ਚ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਾਰਨ ਕਰਤਾ ਜਾਣਦਾ ਮਰਦਾਨਿਆ ਕਰਨਾ ਦਾ ਕਾਰਨ ਉਹ ਆਪ ਹੈ ਪਰ ਦੇਹਧਾਰੀ ਕਰਮ ਕਰਦਾ ਹੈ ਕਰਮ ਭਲਾ ਹੁੰਦਾ ਹੈ ਜਾਂ ਬੁਰਾ ਦੋਹਾਂ ਦਾ ਸੰਸਕਾਰ ਅੰਦਰ ਅੰਕਿਆ ਜਾਂਦਾ ਹੈ ਉਸ ਮੁਜਬ ਸੁਭਾਅ ਬਣਦਾ। ਮਹਾਰਾਜ ਕਹਿੰਦੇ ਜੇ ਚੰਗੇ ਕਰਮ ਕਰਦਾ ਕੋਈ ਮਨੁੱਖ ਉਹਨੂੰ ਉਹਦਾ ਵੀ ਮਹਾਰਾਜ ਕਹਿੰਦੇ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈ ਜੇ ਕੋਈ ਮਾੜਾ ਕਰਮ ਕਰਦਾ ਉਹਦਾ ਵੀ ਕੁਝ ਨਾ ਕੁਝ ਪ੍ਰਾਪਤ ਹੁੰਦਾ ਉਹਦੇ ਅਨੁਸਾਰ ਸਾਡਾ ਸੁਭਾਅ ਬਣਦਾ ਹੈ ਤੇ ਸੁਭਾਅ ਜਿਹੜਾ ਹੈ ਉਹ ਦੁੱਖ ਸੁੱਖ ਦਾ ਦਾਤਾ ਹੈ। ਫਿਰ ਜੋ ਬੀਜੋ ਸੋ ਉਗਦਾ ਹੈ ਪੀੜ ਬੀਜੋਗੇ ਪੀੜ ਉਗੇਗੀ ਸੁੱਖ ਬੀਜੋਗੇ ਸੁੱਖ ਉਗੇਗਾ। ਮਹਾਰਾਜ ਨੇ ਕਿਹਾ ਸਤਿਗੁਰ ਕਹਿੰਦੇ ਜੋ ਬੀਜਣ ਵਾਲੇ ਆਪਣੇ ਕਰਮੀ ਸੁੱਖ ਪਾਉਂਦੇ ਆ ਤੇ ਜੋ ਤਪ ਹੱਟ ਪੁੰਨ ਦਾਨ ਰਾਜ ਭਾਗ ਲਈ ਕਰਦੇ ਹਨ ਸੋ ਰਾਜ ਭਾਗ ਪਾ ਕੇ ਫਿਰ ਜ਼ੋਰ ਤੇ ਮਾੜੇ ਕਰਮਾਂ ਵਿੱਚ ਲੱਗ ਪੈਂਦੇ ਹਨ। ਮਹਾਰਾਜ ਕਹਿੰਦੇ ਇਹ ਹੁੰਦਾ ਕਿ ਜਿਹੜੇ ਲੋਕ ਹੱਟ ਤਪ ਕਰਦੇ ਆ ਉਹਨਾਂ ਨੂੰ ਰਾਜ ਮਿਲ ਜਾਂਦਾ ਹੈ ਫਿਰ ਰਾਜ ਪਾ ਕੇ ਫਿਰ ਉਹ ਮਾੜੇ ਕਰਮ ਕਰਨ ਲੱਗ ਜਾਂਦੇ ਆ ਤੇ ਸਤਿਗੁਰ ਕਹਿੰਦੇ ਫਿਰ ਸੁਭਾਅ ਜਿਹੜਾ ਉਹ ਸਾਧਿਆ ਨਹੀਂ ਜਾਂਦਾ ਸੋ ਉਹਨਾਂ ਕਰਮਾਂ ਕਰਕੇ ਫਿਰ ਦੁੱਖਾਂ ਦੇ ਅਧਿਕਾਰੀ ਹੋ ਜਾਂਦੇ। ਇਸ ਕਰਕੇ ਸਤਿਗੁਰ ਕਹਿੰਦੇ ਤਪੋ ਰਾਜ ਤੇ ਰਾਜੋ ਨਰਕ ਉਹਨਾਂ ਨੂੰ ਮਿਲਦਾ। ਉਹ ਤਪੋ ਰਾਜ ਕਰਦੇ ਆ ਪਹਿਲੇ ਪਿਛਲੇ ਜਨਮਾਂ 'ਚ ਤਪ ਕੀਤਾ ਹੁੰਦਾ ਰਾਜ ਮਿਲ ਜਾਂਦਾ ਹੈ ਫਿਰ ਉਸ ਰਾਜ ਨੂੰ ਭੋਗਦੇ ਭੋਗਦੇ ਨਰਕ ਚਲੇ ਜਾਂਦੇ ਆ ਵਿਕਾਰ ਕਮਾਉਣ ਲੱਗ ਪੈਂਦੇ ਆ। ਸਤਿਗੁਰੂ ਸੱਚਾ ਪਾਤਸ਼ਾਹ ਦੀ ਗੁਰਬਾਣੀ ਦੀ ਪੰਕਤੀ ਹੈ ਸਤਿਗੁਰਾਂ ਨੇ ਉਚਾਰਨ ਕੀਤੀ ਦਾਨਿਕ ਭਰਾ ਬੂਨ ਕੁਰਬੇਨ ਉਚੰਤੇ ਮਹੀਪ ਤੇ ਵਿਪਰੀਤ ਬੁੱਧ ਮਾਰਤ ਲੋਕੇ ਨਾਨਕ ਤੇ ਚਿਰਨ ਕਾਲ ਦੇ ਭੋਗਤੇ। ਸਤਿਗੁਰਾਂ ਨੇ ਇਹ ਪੰਕਤੀ ਉਚਾਰਨ ਕੀਤੀ। ਫਿਰ ਮਰਦਾਨਾ ਜੀ ਕਹਿੰਦੇ ਆ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕੀਤੇ ਕਰਮ ਕਦੇ ਮਿਟਦੇ ਵੀ ਹਨ ਜਿਹੜੇ ਕਰਮ ਆਪਾਂ ਕਰਦੇ ਆ ਕਿ ਉਹ ਮਿਟ ਵੀ ਜਾਂਦੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕਰਮ ਦੇ ਸੰਸਕਾਰ ਅੰਦਰ ਪੱਕੇ ਬੈਠਦੇ ਆ ਕਰਮ ਦੇ ਪਏ ਰੇਖ ਤੇ ਲੇਖ ਮਿਲਦੇ ਨਹੀਂ ਮਰਦਾਨਿਆਂ ਪਰ ਸੱਜਣਾ ਇੱਕ ਗੱਲ ਜ਼ਰੂਰ ਹੈ ਕਰਮ ਜੀਵ ਦੇ ਦੇਹ ਧਾਰ ਕੇ ਕੀਤੇ ਹਨ ਅਤੇ ਜੋ ਸ਼ੈ ਆਦ ਰੱਖਦੀ ਹੈ ਉਹਦਾ ਅੰਤ ਵੀ ਹੈ ਸੋ ਕਰਮ ਮਿਟਦੇ ਵੀ ਹਨ ਮਰਦਾਨਿਆਂ ਮਿਟ ਵੀ ਜਾਂਦੇ ਕਰਮ ਜਿਵੇਂ ਅੱਗ ਲਾਉਣ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹਨ ਤਿਵੇਂ ਸਾਈਂ ਪ੍ਰੇਮ ਦੇ ਨਾਲ ਕਰਮ ਨਾਸ਼ ਹੋ ਜਾਂਦੇ ਆ। ਜੇ ਬੰਦਾ ਪਰਮੇਸ਼ਰ ਦੇ ਜਨੇਬ ਲਾਵੇ ਆਪਣੇ ਧਿਆਨ ਵਿੱਚ ਕਰਤਾ ਪੁਰਖ ਨੂੰ ਰੱਖੇ ਤਾਂ ਅੰਦਰ ਪਈਆਂ ਕਰਮਾਂ ਦੀਆਂ ਸੰਸਕਾਰੀ ਰੇਖਾਂ ਜਿਹੜੀਆਂ ਉਹ ਵੀ ਧੁੱਪ ਜਾਂਦੀਆਂ ਹਨ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਪੰਕਤੀ ਸਤਿਗੁਰ ਕਹਿੰਦੇ ਕਰਮਾਂ ਉੱਪਰ ਨਿਬੜੇ ਜੇ ਲੋਚਿਆ ਸਭ ਕੋਏ। ਫਿਰ ਮਹਾਰਾਜ ਨੇ ਕਿਹਾ ਲੋਕਾਂ ਮਤ ਤੋਂ ਪਕੜ ਪਾਏ ਲੱਖ ਮੜੀਆਂ ਕਰ ਇਕਟੇ ਕਰਤੀ ਲੈ ਪਾਏ। ਫਿਰ ਮਹਾਰਾਜ ਨੇ ਕਿਹਾ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਵਾਲੇ ਕਰੇ ਮਨ ਤੇ ਜਾਏ ਕਮਾਨ। ਸਤਿਗੁਰਾਂ ਨੇ ਉਚਾਰਨ ਕੀਤਾ ਕਿ ਭਾਈ ਇਹ ਮਿਟ ਜਾਂਦੇ ਹਨ ਦੁੱਖ ਸੁੱਖ ਦੇ ਜਨਮ ਮਰਨ ਕਰਮਾਂ ਅਨੁਸਾਰ ਸਾਨੂੰ ਮਿਲਦਾ ਹੈ ਪਰ ਮੁਕਤੀ ਪਰਮੇਸ਼ਰ ਦੀ ਨਜ਼ਰ ਉੱਤੇ ਹੈ। ਮਰਦਾਨਿਆਂ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਮਹਾਰਾਜ ਨੇ ਕਿਹਾ ਇਹ ਉਹਦੀ ਨਜ਼ਰ ਦੇ ਨਾਲ ਮੁਕਤੀ ਮਿਲਦੀ ਹੈ ਤੇ ਸਤਿਗੁਰ ਕਹਿੰਦੇ ਆ ਇਹ ਸਾਰਾ ਕੁਝ ਉਹਦੀ ਨਜ਼ਰ ਦੇ ਨਾਲ ਮਿਲਦਾ ਹੈ ਤੇ ਸਰੀਰ ਜਿਹੜਾ ਹੈ ਉਹ ਕਰਮਾਂ ਦੇ ਨਾਲ ਮਿਲਦਾ ਹੈ।
ਨਦਰ ਉਹਨਾਂ ਦੀ ਹੁੰਦੀ ਹੈ ਜੋ ਨਦਰ ਨੂੰ ਖਿੱਚਦੇ ਹਨ। ਨਦਰ ਨੂੰ ਕੌਣ ਖਿੱਚ ਸਕਦਾ ਹੈ? ਜੋ ਨਦਰੀ ਨਾਲ ਪਿਆਰ ਕਰਦਾ ਹੈ। ਮਹਾਰਾਜ ਨੇ ਕਿਹਾ ਜਿਹੜਾ ਪਿਆਰ ਕਰਦਾ ਹੈ ਉਹ ਉਹਦੀ ਵਾਹਿਗੁਰੂ ਦੀ ਨਦਰ ਨੂੰ ਖਿੱਚ ਸਕਦਾ ਹੈ। ਪ੍ਰੇਮ ਦੀ ਲਗਨ ਖਿੱਚ ਹੈ ਜੋ ਪ੍ਰੀਤਮ ਨੂੰ ਵੀ ਜਾ ਖਿੱਚਦੀ ਹੈ। ਸਤਿਗੁਰ ਕਹਿੰਦੇ ਪ੍ਰੇਮ ਅਣ ਦਿਸਦੇ ਸਾਈਂ ਨਾਲ ਪ੍ਰੇਮ ਉਹਦੀ ਯਾਦ ਨਾਲ ਪੈਂਦਾ ਹੈ, ਉਹਦੇ ਗੁਣ ਕੀਰਤਨ ਨਾਲ ਪੈਂਦਾ ਹੈ, ਮਿਹਰ ਉਹਦੀ ਸਵੈ ਛੰਦ ਵਿਚਰਦੀ ਹੈ। ਪਰ ਰਾਹ ਇਹ ਹੈ ਕਿ ਕਰਤਾਰ ਦੀ ਯਾਦ ਵਿੱਚ ਰਹਿਣਾ, ਵਾਹਿਗੁਰੂ ਨੂੰ ਯਾਦ ਕਰਨਾ, ਉਹਦੇ ਨਾਲ ਪਿਆਰ ਕਰਨਾ, ਜਗਤ ਵਿੱਚ ਲੱਗਦੇ ਤਾਣ ਚੰਗੇ ਕਰਮ ਕਰਨੇ, ਸ਼ੁਭ ਕਰਮ ਕਰਨੇ, ਨੇਕੀ ਕਰਨੀ, ਜਗਤ ਦੇ ਨਾਲ ਭਲਾਈ ਕਰਨੀ ਤੇ ਬਦੀ ਤੋਂ ਸੰਕੋਚ ਕਰਨਾ, ਮਾੜੇ ਕਰਮਾਂ ਤੋਂ ਸੰਕੋਚ ਕਰਨਾ। ਮਰਦਾਨਿਆਂ ਇਹ ਕੁਝ ਕਰਨ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਜਿਹੜਾ ਵੱਜਦਾ ਹੈ, ਇਹਦੇ ਨਾਲ ਕਰਮ ਨਾਸ਼ ਹੁੰਦੇ ਮਰਦਾਨਿਆਂ। ਤੇ ਜਦੋਂ ਕਰਮ ਨਾਸ਼ ਹੁੰਦੇ ਆ ਫਿਰ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇ ਇਹ ਸਾਖੀ ਦੇ ਵਿੱਚ ਜੋ ਉਪਦੇਸ਼ ਦਿੱਤਾ ਉਹ ਸਵਾਲ ਕਰ ਹਰ ਕਿਸੇ ਨੂੰ ਫੁਰਦਾ ਹੀ ਰਹਿੰਦਾ ਹੈ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਕਿ ਕਰਮ ਕਰਨ ਦੇ ਨਾਲ ਜੋ ਰੇਖ ਤੇ ਲਿਖ ਪੈਂਦੇ ਹਨ ਮਿਟਦੇ ਨਹੀਂ, ਪਰ ਉਹ ਮਿਟਦੇ ਵੀ ਹਨ। ਕਰਮ ਜੀਵ ਦੇ ਦੇਹ ਧਾਰ ਕੇ ਕੀਤੇ ਹਨ। ਦੇਹ ਧਾਰਨ ਤੋਂ ਪਹਿਲਾਂ ਕਰਮ ਕਿਤੇ ਸੀ ਜਿਸ ਨੇ ਦੇਹ ਦਿੱਤੀ, ਸੋ ਕਰਮ ਦਾ ਆਦ ਹੈ। ਮਹਾਰਾਜ ਨੇ ਕਿਹਾ ਕਰਮਾਂ ਦਾ ਆਦ ਹੈ। ਜਬ ਕਛ ਨਾ ਸੀ ਉਹ ਤਬ ਕਿਆ ਕਰਤਾ, ਕਮਣ ਕਰਮ ਕਰਾਇਆ। ਸਾਧ ਸੰਗਤ ਆਪ ਜੀ ਨੇ ਥੋੜਾ ਧਿਆਨ ਦੇਣਾ ਕਿ ਹੁਣ ਆਪਾਂ ਕਰਮ ਜਿਹੜਾ ਕਰਦੇ ਆ ਉਹ ਜਦੋਂ ਦੇਹ ਧਾਰਨ ਕਰਦੇ ਆ ਫੇਰ ਹੀ ਕਰਮ ਕਰਦੇ ਆ ਨਾ। ਜਦੋਂ ਸਾਡੀ ਦੇਹ ਨਹੀਂ ਹੁੰਦੀ ਉਦੋਂ ਆਪਾਂ ਕਰਮ ਨਹੀਂ ਕਰਦੇ, ਉਦੋਂ ਆਪਣਾ ਕੋਈ ਲੇਖਾ ਨਹੀਂ ਲਿਖਾ। ਸੋ ਸਤਿਗੁਰ ਕਹਿੰਦੇ ਭਾਈ ਦੇਹ ਧਾਰਨ ਕਰਕੇ ਜਿਹੜਾ ਕਰਮ ਕੀਤਾ ਤੇ ਮਹਾਰਾਜ ਕਹਿੰਦੇ ਉਹਦਾ ਆਦ ਵੀ ਹੈ ਤੇ ਉਹਦਾ ਅੰਤ ਵੀ ਹੈ। ਜੇ ਦੇਹ ਦਾ ਅੰਤ ਹੈ ਇਹਦਾ ਮਤਲਬ ਕਰਮਾਂ ਦਾ ਵੀ ਅੰਤ ਹੈ। ਇਸ ਕਰਕੇ ਸਤਿਗੁਰ ਕਹਿੰਦੇ ਉਹਦੀ ਕਿਰਪਾ ਦੇ ਨਾਲ ਕਰਮ ਵੀ ਮਿਟ ਜਾਂਦੇ। ਫਿਰ ਜੀਵ ਹੱਥਬੰਦੀ ਵਾਲਾ ਹੈ, ਜੀਵ ਦੀ ਇੱਕ ਹੱਦ ਹੈ, ਇਹਦਾ ਸਮਾਂ ਮੁੱਕਦਾ ਹੈ ਤੇ ਫਿਰ ਕਰਮ ਤੇ ਅਮਿਤ ਨਹੀਂ ਹੋ ਸਕਦੇ, ਕਰਮ ਹੀ ਮੁੱਕਦੇ। ਮਹਾਰਾਜ ਕਹਿੰਦੇ ਜੋ ਆਦ ਵਾਲੀ ਸ਼ੈ ਦਾ ਅੰਤ ਹੈ ਤੇ ਮਿੱਤ ਵਾਲੀ ਸ਼ੈ ਲਈ ਮੁੱਕਣਾ ਹੈ। ਮੁੱਕਣ ਦਾ ਰਸਤਾ ਇਹ ਹੈ ਕਿ ਕਰਮ ਤਾਂ ਜੀਵ ਸ਼ੁਭ ਕਰੇ ਤਾਂ ਜੋ ਅੱਗੋਂ ਅਸ਼ੁਭ ਕਰਮਾਂ ਦੇ ਸੰਸਕਾਰ ਹੋਰ ਨਾ ਵਧਣ। ਮਹਾਰਾਜ ਕਹਿੰਦੇ ਜੇ ਆਪਣੇ ਮਾੜੇ ਕਰਮਾਂ ਨੂੰ ਖਤਮ ਕਰਨਾ ਹੈ ਉਹਦੇ ਵਾਸਤੇ ਭਾਈ ਸਿੱਖਾ ਇਹ ਧਿਆਨ ਰੱਖ ਕਿ ਆਪਣੇ ਸ਼ੁਭ ਕਰਮਾਂ ਨੂੰ ਜਿਹੜਾ ਉਹ ਵਧਾ ਲਏ ਤੇ ਮਾੜੇ ਕਰਮਾਂ ਨੂੰ ਘੱਟ ਕਰ ਦੇ। ਤੇਰੇ ਜਿਹੜੇ ਆ ਮਾੜੇ ਕਰਮ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਫਿਰ ਸਤਿਗੁਰਾਂ ਨੇ ਕਿਹਾ ਕਿ ਤੇ ਕਰਮਾਂ ਦੇ ਸਿਰ ਕਰਮ ਸਤ ਸੰਗਤ ਕਰੇ। ਸਭ ਤੋਂ ਵੱਡਾ ਕਰਮ ਜਿਹੜਾ ਹੈ ਮਹਾਰਾਜ ਨੇ ਕਿਹਾ ਉਹ ਹੈ ਸਤ ਸੰਗਤ ਕਰਨੀ, ਤੇ ਸਤ ਸੰਗਤ ਕਰੇ ਉਹ ਸਭ ਤੋਂ ਵੱਡਾ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ, ਸਤਿਗੁਰਾਂ ਨੇ ਗੁਰਬਾਣੀ ਚ ਕਿਹਾ। ਨਾਲ ਹੀ ਮਹਾਰਾਜ ਨੇ ਕਿਹਾ ਸਾਧ ਸੰਗਤ ਪਾਈ ਪਰਮ ਗਤੇ, ਗੁਣ ਗਾਵਤ ਤੇਰੀ ਉੱਤਰ ਸਮੈਲ। ਤੇ ਮਹਾਰਾਜ ਕਹਿੰਦੇ ਫਿਰ ਸਤ ਸੰਗਤ ਕਰੇ, ਕਰਤਾਰ ਦੇ ਕੀਰਤਨ ਚ ਰਚੇ ਤੇ ਉਹਦੇ ਗੁਣ ਗਾਵੇ ਤੇ ਫਿਰ ਇਹਦੀ ਮੈਲ ਜਿਹੜੀ ਉੱਤਰ ਜਾਵੇਗੀ। ਇਉਂ ਕਰਤਾਰ ਤੇ ਜਾਂ ਮਨ ਟਿਕੇਗਾ, ਉਸ ਵਾਹਿਗੁਰੂ ਨਾਲ ਮਨ ਟਿਕ ਜਾਵੇਗਾ। ਉਹਦੀ ਪਵਿੱਤਰਤਾ ਮਨ ਨੂੰ ਪਵਿੱਤਰ ਕਰੇਗੀ। ਵਾਹਿਗੁਰੂ ਦੀ ਅੱਗ ਤੋਂ ਦੂਰ ਗਿਆ ਪਾਲਾ ਲੱਗਦਾ ਹੈ, ਅੱਗ ਦੇ ਨੇੜੇ ਹੋਇਆ ਨਿੱਘ ਆਉਂਦੀ ਹੈ। ਸੋ ਪਰਮੇਸ਼ਰ ਤੋਂ ਮਾੜੇ ਕਰਮ ਨਾਲ ਤੇ ਭੁੱਲ ਨਾਲ ਵਿਛੜੀਦਾ ਹੈ, ਦੂਰ ਜਾ ਪਈਦਾ ਹੈ। ਭਲੇ ਕਰਕੇ ਤੇ ਯਾਦ ਕਰਕੇ ਨੇੜੇ ਹੋਈਦਾ ਹੈ। ਨੇੜੇ ਹੋ ਕੇ ਭਾਈ ਮਰਦਾਨਿਆਂ ਸੁਖੀ ਹੋਈਦਾ ਹੈ। ਫਿਰ ਹਰੀ ਕੀਰਤਨ ਹਰ ਵੇਲੇ ਇਹੀ ਹੈ ਕਿ ਉਹਦੀ ਯਾਦ ਅੰਦਰ ਸਹਿਜ ਦਾ ਸੁਭਾਅ ਬਣ ਕੇ ਟਿਕ ਜਾਵੇ। ਉਸ ਵਾਹਿਗੁਰੂ ਦੀ ਯਾਦ ਦੇ ਹਿਰਦੇ ਚ ਟਿਕ ਜਾਵੇ, ਉਹਦੇ ਕੋਲ ਰਹੀਏ। ਜਿਵੇਂ ਅੱਗ ਕੋਲ ਜਾਣ ਦੇ ਨਾਲ ਪਾਲਾ ਖਤਮ ਹੁੰਦਾ ਹੈ, ਉਵੇਂ ਵਾਹਿਗੁਰੂ ਦੇ ਕੋਲ ਜਾਣ ਦੇ ਨਾਲ ਮਾੜੇ ਕਰਮ ਨਾਸ਼ ਹੁੰਦੇ ਆ। ਪਰ ਜੇ ਅੱਗ ਦੇ ਕੋਲੋਂ ਦੂਰ ਜਾਈਏ ਠੰਡ ਲੱਗਦੀ ਹੈ। ਇਸੇ ਪ੍ਰਕਾਰ ਜੇ ਵਾਹਿਗੁਰੂ ਦੀ ਯਾਦ ਤੋਂ ਦੂਰ ਜਾਈਏ ਮਰਦਾਨਿਆਂ ਫਿਰ ਸਾਨੂੰ ਦੁੱਖ ਵਿਆਪਦੇ ਆ, ਫਿਰ ਸਾਡੇ ਕਰਮਾਂ ਦਾ ਹਿਸਾਬ ਹੁੰਦਾ ਹੈ। ਤੇ ਫਿਰ ਸਤਿਗੁਰੂ ਕਹਿੰਦੇ ਆ ਕਿ ਯਾਦ ਪਿਆਰ ਹੁੰਦੀ ਹੈ ਮਰਦਾਨਿਆਂ, ਜਿਹੜੀ ਵਾਹਿਗੁਰੂ ਦੀ ਯਾਦ ਹੈ ਨਾ ਉਹ ਪਿਆਰ ਹੁੰਦੀ ਹੈ, ਪਰ ਯਾਦ ਸਹਿਜੀ ਵਿੱਚ ਅੰਦਰ ਟਿਕਾਣਾ ਅਭਿਆਸ ਹੁੰਦਾ। ਮਰ ਕਹਿੰਦੇ ਇਹ ਅਭਿਆਸ ਦੇ ਨਾਲ ਟਿਕਦੀ ਹੈ ਯਾਦ ਵੀ। ਸੋ ਉਹਦੀ ਯਾਦ ਦਾ ਅਭਿਆਸ ਉਹਦੇ ਨਾਮ ਦੇ ਨਾਲ ਕਰੀਦਾ ਹੈ ਮਰਦਾਨਿਆਂ। ਵਾਹਿਗੁਰੂ ਵਾਹਿਗੁਰੂ ਸਤ ਕਰਤਾਰ ਜਪੀ ਜਾਵਾਂਗੇ ਮਰਦਾਨਿਆਂ, ਉਹਦੇ ਨਾਲ ਅੰਦਰ ਉਹਦੀ ਯਾਦ ਟਿਕ ਜਾਵੇਗੀ। ਤੇ ਨਾਮ ਜਪੀਦਾ ਹੈ ਤੇ ਮਨ ਨੂੰ ਉਹਦੀ ਹਜ਼ੂਰੀ ਚ ਪ੍ਰਤੀਤ ਕਰਨ ਦੇ ਯਤਨ ਵਿੱਚ ਰੱਖੀਦਾ ਹੈ। ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਇਉਂ ਮਿਟ ਵੀ ਜਾਂਦੇ ਹਨ ਕਰਮ ਤੇ ਕਰਮਾਂ ਦੇ ਫਲ ਮਰਦਾਨਿਆਂ। ਇਸ ਪ੍ਰਕਾਰ ਇਹ ਸਾਰੇ ਜਿਹੜੇ ਆ ਮਿਟ ਜਾਂਦੇ ਆ ਮਰਦਾਨਿਆਂ। ਸਾਰੇ ਤਰ੍ਹਾਂ ਦੇ ਜਿਹੜੇ ਪਾਪ, ਸਾਰੇ ਤਰ੍ਹਾਂ ਦੇ ਜਿਹੜੇ ਆ ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ ਆ ਮਿਟ ਜਾਂਦੇ ਸਾਰੇ ਪਾਪ।
सो एक अगे साध संगत एक गीत है, कविता है, वो गायन रूप है इस वजीदे दी, वो आपां थोड़ी जी वाचते हैं पढ़ते हैं। सुख पाले विच चढ़िया आवे शेख वजीद सियाणा, अरोखे कदे हेठां आके कीता उस ठिकाना। सौखा है, पंजाबी है, आप जी समझ सकते हो। दरी विछी ओ लम्मा पै गया, ਚੱਕ के जो सन लियाए, उन्हां कहारां कोलों ही हुण मुठियां ਉਹ ਭਰਵਾਵੇ। ਜਿਹੜੇ ਚੁੱਕ ਕੇ ਲਿਆਏ ਸੀ ਉਹਨਾਂ ਦੇ ਕੋਲੋਂ ਹੀ ਹੁਣ ਆਪਣੇ ਆਪ ਨੂੰ ਘਟਾਉਣ ਲੱਗ ਪਿਆ। ਕੋਈ ਦੱਬੇ ਕੋਈ ਘੁੱਟੇ ਕੋਈ ਮੁੱਕੀਆਂ ਮਾਰੇ, ਪੱਖਾ ਲੈ ਕੇ ਕੋਈ ਉਸ ਨੂੰ ਠੰਡੀ ਪਾਉਣ ਚਲਾਰੇ। ਕੋਈ ਇਹਨੂੰ ਘੁੱਟਣ ਲੱਗ ਪਿਆ, ਕੋਈ ਮੁੱਕੀਆਂ ਮਾਰਨ ਲੱਗ ਪਿਆ ਤੇ ਕੋਈ ਇਹਨੂੰ ਪੱਖਾ ਚਲਾਉਣ ਲੱਗ ਪਿਆ ਜਿਹੜੇ ਚੁੱਕ ਕੇ ਲਿਆਏ ਸੀ। गुरु नानक जी कदों जा रहे जगत तारने ताई, गुरु नानक साहब जी जगत तारन वास्ते निकले। मरदाना सी नाल जा रहा कंध रबाब चवाई, कंधे ते मोढे ते रबाब चुकी है, मरदाना जी नाल हन। मरदाने हस के आ गुरु जी ये की चरज होई, नाले तां चल डोले आया चढ़ी थकान ना कोई। नाले प्या घुटिए दबीए ज्यों तक है के आया, पक्खा चलिए सेवा होवे ये की उल्टी माया। मर जे किहो जी उल्टी माया, नाले ते चढ़ के आया सुख पाले दी विच भाव पालकी दी विच, नाले थक गया कि जी उल्टी माया हो गई। जो तुर के ते चाके लियाए ओ मुड़ सेवा लाए, जो चढ़ के सुख पाले आया वो सेवा है जाए मारे। ते उल्टा हो गया, जेडे तुर के आए वो सेवा च लग गए, जेड़ा चढ़ के आया वो सेवा करवा आया। गुर गया ये तपिया होवे तप करदा थक गया, उस थकान उतारन कारण है कुटीजे रहा। हर ने कहा ये तपिया सी ते तप करके थक गया मरदानिया, ते उस थकान नूं उतारन करके इहनूं अपने आप नूं घटवाउंदा पिया है कुटीजे रहा। हुण थकान है राज भाग दा चढ़िया हरदम रहिंदा। मारे कहंदे तप पिछले जन्मां दा कीता ते इहनूं मरदानिया मिल गई आ, राज भाग मिल गया ते हुण इहनूं राज भाग दा थकान चढ़ी आ। चढ़िया हरदम रहिंदा पूरबले ते हुण दे सज्जना दो थकान दुख सहिंदा। तपों राज ते नरक राज तो नांगे दुनिया आइए, दुख सुख करमी अपनी मिलदा मुक्त नाम लिव लाइए। सुन मरदाना चरनी ढट्ठा धन मुख गावे, सतगुरु सोना जग तारन हित तुर फिर अगे जावे। सो साध संगत सतगुरां ने कहा भाई कर्मां दे नाल जिहड़ा है ना दुख सुख करमी मिलदा, कर्मां दे नाल दुख सुख मिलदा है ते मुक्ति नाम दे नाल है मरदानिया। ते सतगुरु सच्चे पातशाह दे चरनी ढह के भाई मरदाना जी ने नमस्कार कीती है। फिर साध संगत उत्तों महाराज अगे चल पिया। हुण गुरु नानक साहब अगे गोरख मते जाते हैं, जिन्होंने अजकल नानक मता कहा जाता है। वो सारी साखी जिहड़ी अगे आ गई है। सवाल आप जी सारा कोई समा है आप जिन्नी तो बड़ी उन्नी ਆਪਾਂ वाचते हैं। नदी ਵੱਜਦੀ आई उसाई मेरे तक इस ਨੂੰ ਪਾਰਨ ਦਾ ਸਾਈਆਂ, ਸਾਡੇ ਖੇੜਿਆਂ ਵਰਨਾ ਤੱਕ ਸਾਈਆਂ, ਸਾਨੂੰ ਖੇੜਿਆਂ ਦੀ ਪੁਚਾ ਸਾਈਆਂ। ਕੋਈ ਘੁੱਟ ਅਗਮ ਦੀ ਚੜੀ ਅੰਦਰ ਜੋਰ ਖੱਡਿਆ ਆਪਣਾ ਲਾ ਸਾਈਆਂ। ਕਰਮ ਬੁਰੇ ਪਰ ਕਰਮ ਕਰ ਆਪਣਾ ਮੁਸ਼ਕਾਂ ਬਚੀਆਂ, ਇਹ ਦੁਲਾ ਸਾਈਆਂ। ਦਿਨ ਬੀਤ ਗਿਆ ਤੇ ਦਿਨ ਦਾ ਰਾਜਾ ਪਿੱਛੋਂ ਪੱਛੋਂ ਨੂੰ ਜਾ ਕੇ ਧਰਤੀ ਵੱਲ ਛੇਕੜਦਿਆਂ ਤੇ ਹਸਤਾਂ ਭਰੀਆਂ ਨਿਗਾਹਾਂ ਪਾਉਂਦਾ ਧਰਤੀ ਦੇ ਭੁੱਲੇ ਹੋ ਗਿਆ। ਭਾਵ ਸੂਰਜ ਡੁੱਬ ਗਿਆ ਹੈ, ਸੂਰਜ ਡੁੱਬ ਗਿਆ ਤੇ ਦਿਨ ਦੇ ਅਸਤ ਹੋਣ ਦੀ ਪਹੁ ਜਿਹੜੀ ਪਸਰ ਰਹੀ ਹੈ ਤੇ ਇੱਕ ਚਿੱਟਾ ਚਿੱਟਾ ਚਾਨਣ ਪੈ ਗਿਆ। ਕਹਿਣ ਤੋਂ ਭਾਵ ਕਿ ਸੰਧਿਆ ਦਾ ਸਮਾਂ ਹੋ ਗਿਆ। ਸੰਧਿਆ ਆ ਪਈ ਪਰ ਆ ਰਹੀ ਹੈ। ਇੱਕ ਬਨ ਜਿਹਾ ਹੈ ਪਰ ਕੁਛ ਵਸੋ ਜਿਹੀ ਵੀ ਪਰੇ ਪਈ ਦਿਸਦੀ ਹੈ। ਵਸੋ ਕਾਦੀ ਨਾ ਨਿੱਕਾ ਹੈ ਨਾ ਨਿਆਣਾ, ਨਾ ਸੁਆਣੀ ਹੈ ਨਾ ਸੁਆਮੀ। ਝੁੰਗੀਆਂ ਹਨ ਕੁੱਟੀਆਂ ਹਨ ਕਿਤੇ ਵਿੱਚ ਤੇ ਕਿਤੇ ਬਾਹਰ। ਕੰਨ ਪਾਟੇ ਜੋਗੀਆਂ ਦੇ ਆਸਣ ਹਨ, ਧੂਣੀਆਂ ਤੇ ਥੜੇ ਹਨ। ਕਹਿਣ ਤੋਂ ਭਾਵ ਕਿ ਕੋਈ ਇੱਥੇ ਖਾਸ ਵਸੋਂ ਨਹੀਂ ਹੈ। ਝੁੱਗੀਆਂ ਜੀਆਂ ਪਾਈਆਂ ਹੋਈਆਂ, ਅੱਗ ਬਾਲ ਕੇ ਬੈਠੇ ਕੰਨ ਪਾੜੇ ਸਾਧੂ ਜਿਹੜੇ ਜੋਗੀ ਹਨ, ਕੰਨ ਪਾਟੇ ਉਹ ਬੈਠੇ ਆਸਣ ਲਾ ਕੇ ਆਪੋ ਆਪਣੀਆਂ ਧੂਣੀਆਂ ਦੇ ਅੱਗੇ ਥੜੇ ਬਣਾ ਕੇ। ਦੂਰ ਸਾਰੇ ਇੱਕ ਪਿੱਪਲ ਹੈ, ਦੁਆਲੇ ਤੇ ਵੀ ਪੁਰਾਣਾ ਕੱਚਾ ਜਿਹਾ ਖੜਾ ਹੈ। ਪਿੱਪਲ ਖੜਾ ਹੈ, ਭਾਰ ਪੱਤੇ ਸੁੱਕੇ ਹਨ, ਜਿਹਦੇ ਹੇਠਾਂ ਕੋਈ ਗੱਡਾ ਹੈ। कोई हाँ कोई कहना व्यक्ति होगी। भाई वीर सिंह जी कहते कोई कहना व्यक्ति होगी। पहले कह देता कोई, सवाल किया कोई कौन बैठा है, कहते नहीं कोई कहना व्यक्ति है
पर जिन्हां दी कुटिया दे नेड़े बैठा वो आपो विच कोई आया है ही आख रहे ਜਿਹੜੇ ਹਨ ਨਾ ਜਿਹੜੇ ਕੁਟੀਆਂ 'ਚ ਬੈਠੇ ਆਪਣੀਆਂ ਆਪਣੀਆਂ 'ਚ ਉਹ ਪਿੱਪਲ ਥੱਲੇ ਉਸ ਮਨੁੱਖ ਨੂੰ ਬੈਠਿਆਂ ਕਹਿੰਦੇ ਕੋਈ ਆਇਆ ਹੈ ਕੋਈ ਆਇਆ ਹੈ। ਉਹਨੂੰ ਕੋਈ ਕਹਿਣਾ ਕਹਿੰਦੀ ਬੇਅਦਬੀ ਗੱਲ ਹੈ, ਪਰ ਇਹਨਾਂ ਦੀ ਮਨ ਵਿੱਚ ਹੈ ਕਿ ਕੋਈ ਆਇਆ ਹੈ ਕੋਈ ਆਇਆ ਹੈ, ਏਦਾਂ ਕਹਿ ਰਹੇ। ਇਸ ਉਜਾੜ ਖੇੜੇ ਵੱਲੋਂ ਇੱਕ ਹੋਰ ਸੂਰਤ ਦਿਲ ਢੱਠੀ ਸਿਰ ਸੱਟੇ ਆ ਰਹੀ ਹੈ। ਸਿਰੀ ਸੋਹਣੇ ਸੋਹਣੇ ਕੋਈ ਜੀ ਦੇ ਸਾਹਮਣੇ ਆ ਕੇ ਖੜੋ ਗਈ। ਮਹਾਰਾਜ ਦੇ ਸਾਹਮਣੇ ਆ ਕੇ ਕੋਈ ਆ ਕੇ ਖਲੋ ਗਿਆ ਤੇ ਕੁਛ ਬੇਨਤੀ ਕੀਤੀ ਕਿ ਜਿਸ ਦਾ ਸਾਰ ਉੱਪਰਲੇ ਛੰਦ ਵਿੱਚ ਹੈ, ਉਹ ਦਿਲ ਪੀੜਾ ਦੀ ਪ੍ਰਿਓ ਪ੍ਰਿਓ ਸੁਣ ਕੇ ਸੋਹਣੇ ਸੋਹਣੇ ਅਰਸ਼ੀ ਕੋਈ ਜੀ ਮੁਸਕਰਾਏ। ਧੰਨ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ, ਉਹਨੇ ਆਪਣੇ ਦਿਲ ਦੀ ਪੀੜਾ ਆਖੀ ਹੈ। ਮਰਦਾਨਿਆਂ, ਜਦੋਂ ਮਨ ਬੱਝ ਦੇ ਘਰ ਜਾਂਦਾ ਹੈ ਤਦੋਂ ਪਹਿਲਾਂ ਕੋਈ ਕਾਰਨ ਵਰਤਦਾ ਹੈ। ਉਹ ਕਾਰਨ ਲੱਭੀਏ, ਉਸ ਕਾਰਨ ਦਾ ਹੀ ਪਿਆਜ ਫੋਲੀਏ ਤੇ ਪੜਤਾਲੀਏ, ਫਿਰ ਉਹਨੂੰ ਵਿਚਾਰ ਕੇ ਤੱਕੜ ਤੇ ਤੋਲੀਏ। ਠੀਕ ਤਰ੍ਹਾਂ ਤੋਲ ਚੁੱਕਿਆ ਹੀ ਫਿਰ ਕਈ ਵੇਰ ਬੱਝ ਦੂਰ ਹੋ ਜਾਂਦਾ ਹੈ। ਸਤਿਗੁਰਾਂ ਨੇ ਕਿਹਾ ਭਾਈ ਮਰਦਾਨਿਆਂ, ਇਹ ਨਾ ਸਾਡੇ ਜੀਵਨ ਨੂੰ ਬੱਝ ਹੈ ਇੱਕ, ਅਸੀਂ ਬੱਝੇ ਹੋਏ ਆ ਕਰਮਾਂ ਦੇ ਕਰਕੇ ਮਰਦਾਨਿਆਂ। ਇਸ ਕਰਕੇ ਆਪਣੇ ਮਨ ਨੂੰ ਪਹਿਲਾਂ ਫਰੋਲੀਏ ਕਿ ਕਾਹਦਾ ਕਿਹਦੇ ਵਿੱਚ ਬੱਝੇ ਆ ਅਸੀਂ ਤੇ ਇਹ ਤੋਂ ਕਿਵੇਂ ਦੂਰ ਹੋਇਆ ਜਾਵੇ। ਪੜਤਾਲ ਕਰੀਏ ਆਪਣੀ, ਬਾਚੀਏ ਆਪਣੇ ਮਨ ਨੂੰ, ਠੀਕ ਠੀਕ ਤੋਲੀਏ, ਸਹੀ ਕੀ ਹੈ ਗਲਤ ਕੀ ਹੈ ਉਹਦੀ ਵਿਚਾਰ ਕਰੀਏ ਮਰਦਾਨਿਆਂ, ਫਿਰ ਇਹ ਬੱਝ ਦੂਰ ਹੋ ਜਾਵੇਗੀ। ਸਤਿਗੁਰਾਂ ਨੇ ਕਿਹਾ। ਮਰਦਾਨਾ ਕਹਿੰਦਾ ਪਾਤਸ਼ਾਹ ਕਦੇ ਇਉਂ ਵੀ ਨਹੀਂ ਕੁਛ ਬਣਦਾ। ਮਹਾਰਾਜ ਵੇਖੋ ਵਿਚਾਰੇ ਕਿੰਨੀ ਸੇਵਾ ਕਿੰਨਾ ਕੁਛ ਕਰਦੇ ਆ, ਮਹਾਰਾਜ ਕਿੰਨੇ ਤਪ ਧੂਣੀਆਂ ਲਾ ਕੇ ਬੈਠੇ ਆ, ਮਹਾਰਾਜ ਤਾਂ ਵੀ ਕੁਛ ਨਹੀਂ ਇਹਨਾਂ ਦਾ ਬਣਦਾ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਕੋਈ ਕਾਰਨ ਅਗੰਮ ਦਾ ਹੁੰਦਾ ਹੈ, ਪਰ ਹੁੰਦਾ ਅੰਦਰ ਹੀ ਹੈ ਮਰਦਾਨਿਆਂ, ਹੁੰਦਾ ਅੰਦਰ ਹੀ ਹੈ ਵਾਹਿਗੁਰੂ। ਆਪਣੇ ਫੇੜਿਆਂ ਦੇ ਕੋਈ ਭੁੱਲ ਗਏ ਲੁਕ ਗਏ, ਪਰ ਕੀਤੇ ਕਰਮਾਂ ਦੇ ਨਿਸ਼ਾਨ ਅੰਦਰ ਹੁੰਦੇ ਹਨ ਜੋ ਉਗਰ ਕੇ ਤੰਗ ਕਰਦੇ ਹਨ ਮਰਦਾਨਿਆਂ। ਕੀਤੇ ਕਰਮਾਂ ਦਾ ਦੁੱਖ ਸੁੱਖ ਹੁੰਦਾ ਹੈ, ਚਾਹੇ ਅੱਜ ਦੇ ਚਾਹੇ ਕੱਲ ਦੇ ਤੇ ਚਾਹੇ ਪਿਛਲੇ ਪਿਛੇਰੇ। ਇਸ ਦਾ ਦਾਰੂ ਹੈ ਨਾਮ ਮਰਦਾਨਿਆਂ। ਦੁੱਖ ਹੈ ਸਾਨੂੰ ਸਾਰਿਆਂ ਨੂੰ ਮਰਦਾਨਿਆਂ, ਕਿਸੇ ਨੂੰ ਅੱਜ ਦਾ ਦੁੱਖ ਹੈ, ਕਿਸੇ ਨੂੰ ਕੱਲ ਦਾ ਦੁੱਖ ਹੈ, ਕਿਸੇ ਨੂੰ ਪਿਛਲੇ ਜਨਮਾਂ ਕਰਮਾਂ ਦਾ ਦੁੱਖ ਹੈ ਮਰਦਾਨਿਆਂ। ਮਰਦਾਨਿਆਂ ਦੁੱਖਾਂ ਦਾ ਨਾਮ ਦਾਰੂ ਹੈ। ਕੀਰਤਨ ਬਾਣੀ ਦਾ ਪਾਠ, ਅਰਦਾਸ, ਸਤ ਸੰਗਤ ਦਾ ਦਾਨ, ਇਸ਼ਨਾਨ, ਸੋਹਣੇ ਸੁਹਾਵੇ ਨਦੀਆਂ ਬਨਾ, ਨਹਿਰਾਂ ਪਹਾੜ ਦੇ ਕੁਦਰਤੀ ਦਰਸ਼ਨ, ਅੰਮ੍ਰਿਤ ਵੇਲੇ ਦੇ ਨਾਦ, ਪੰਛੀਆਂ ਦੇ ਮਾਹ ਤੇ ਉਹਨਾਂ ਦੇ ਮਿੱਠੇ ਮਿੱਠੇ 1 2 3 ਸੁਰੇ ਰਾਗ ਇਸ਼ਨਾਨ, ਹਾਂ ਨਾਮ ਬਾਣੀ ਦਾ ਅਭਿਆਸ ਅਤੇ ਕਿਸੇ ਕੁਦਰਤੀ ਸੁੰਦਰਤਾ ਦੇ ਕੁਦਰਤ ਦੇ ਚਾਉ ਉਮਾ ਦੇ ਖੇੜੇ ਦੀ ਸ਼ੋਅ ਲੈ ਕੇ ਖੇਡ ਜਾਣਾ ਮਰਦਾਨਿਆਂ, ਇਹਦੇ ਨਾਲ ਸੁੱਖ ਬਣਦਾ ਹੀ। ਭਾਈ ਮਰਦਾਨਾ ਜੀ ਕਹਿੰਦੇ ਹੁਣ ਮੇਰੇ ਬਾਪ ਕੀ ਵਰਤੀ। ਮਹਾਰਾਜ ਹੁਣ ਕੀ ਵਰਤਿਆ। ਗੁਰੂ ਜੀ ਕਹਿੰਦੇ ਤੂੰ ਕਿਤੋਂ ਅਨਾਦਰ ਲਿਆ ਮਰਦਾਨਿਆਂ, ਤੂੰ ਕਿਤੋਂ ਅਨਾਦਰ ਲਿਆ ਹੈ, ਉੱਥੇ ਤੂੰ ਅੱਗਿਓਂ ਅਨਾਦਰ ਨਹੀਂ ਕੀਤਾ, ਪਰ ਹੋਊ ਪਰੇ ਵੀ ਨਹੀਂ ਕਰ ਸਕਿਆ। ਤੂੰ ਐਵੇਂ ਨਹੀਂ ਕਿਹਾ ਕਿ ਹੋਊ ਪਰੇ ਚੱਲ ਕੋਈ ਨਹੀਂ। ਸੋ ਤੇਰੇ ਅੰਦਰ ਨਾ ਜਰੀ ਨਾ ਜਰ ਸਕਣ ਵਾਲੀ ਤੇ ਨਾ ਸੱਟੀ ਜਾਣ ਵਾਲੀ ਨਿਜ ਅਪਮਾਨ ਦੀ ਪੀੜਾ ਨੱਪੀ ਗਈ ਹੈ। ਫੇਰ ਤੇਰੇ ਮਨ ਨੇ ਇਸ ਕਾਰਨ ਵੱਲ ਰੁਕ ਨਹੀਂ ਕੀਤਾ ਤੇ ਚੇਤੇ ਨੇ ਸਹਾਇਤਾ ਨਹੀਂ ਕੀਤੀ। ਸੋ ਮਲਕੜੇ ਤੇਰੀ ਨਾਮ ਵਾਲੀ ਜਿਹੜੀ ਖੀਰੀ ਸੁਰ ਤੋਂ ਦੱਬੀ ਗਈ ਹੈ ਤੇ ਨਾਲੇ ਹੀ ਖੇੜਾ ਜਿਹੜਾ ਹੈ ਉਹ ਤੁੜ ਗਿਆ ਹੈ। ਮਰਦਾਨਿਆਂ ਤੂੰ ਕਿਸੇ ਨੇ ਤੇਰਾ ਆਦਰ ਕੀਤਾ, ਮਾਣ ਸਤਿਕਾਰ ਕੀਤਾ ਤੇ ਤੂੰ ਮਰਦਾਨਿਆਂ ਵਾਹਿਗੁਰੂ ਅਨਾਦਰ ਕੀਤਾ, ਕਿਸੇ ਨੇ ਤੈਨੂੰ ਮਾੜਾ ਕਿਹਾ ਤੇ ਮਰਦਾਨਿਆਂ ਤੂੰ ਉਹਨੂੰ ਮਾੜਾ ਨਹੀਂ ਕਿਹਾ ਤੇ ਨਾ ਹੀ ਤੂੰ ਹਉ ਪਰੇ ਕੀਤਾ। ਗੱਲ ਦਿਲ 'ਚ ਰੱਖ ਲਈ ਮਰਦਾਨਿਆਂ, ਜਿਹਦਾ ਕਰਕੇ ਤੇਰੇ ਅੰਦਰ ਉਹ ਗੱਲ ਲੱਭੀ ਗਈ, ਉਹਦਾ ਕਰਕੇ ਤੇਰਾ ਜਿਹੜਾ ਨਾ ਤੂੰ ਆਪਣੇ ਮਨ ਨੂੰ ਪੜ੍ਹਿਆ ਨਹੀਂ ਚੰਗੀ ਤਰ੍ਹਾਂ ਮਰਦਾਨਿਆਂ, ਤਾਂ ਕਰਕੇ ਜਿਹੜਾ ਤੇਰਾ ਖੇੜਾ ਜਿਹੜਾ ਉਹ ਚਲਾ ਗਿਆ ਤੇ ਤੇਰੀ ਸੁਰਤ ਜਿਹੜੀ ਉਹ ਦੱਬੀ ਗਈ ਹੈ ਮਰਦਾਨਿਆਂ। ਤੇ ਭਾਈ ਮਰਦਾਨਾ ਕਹਿੰਦਾ ਸੁਹਾਨ ਤੇਰੀ ਆਖੀ ਨੂੰ ਮਹਾਰਾਜ, ਇਹੀ ਗੱਲ ਹੋਈ ਹੈ ਮੇਰੇ ਨਾਲ ਅਸਲ 'ਚ। ਗੁਰੂ ਜੀ ਕਹਿੰਦੇ ਕਿਵੇਂ। ਮਰਦਾਨਾ ਕਹਿੰਦਾ ਪਾਤਸ਼ਾਹ ਸਾਰੇ ਯੋਗੀਆਂ ਦੇ ਗਿਆ ਹਾਂ, ਕਿਸੇ ਇੱਕ ਅੰਗਾਰੀ ਅੱਗ ਦੀ ਨਹੀਂ ਦਿੱਤੀ, 2 ਲੱਕੜਾਂ ਨਹੀਂ ਦਿੱਤੀਆਂ, ਪਾ ਅੰਨ ਦਾ ਤਾਂ ਕੀ ਸਰਨਾ ਸੀ। ਕਿਸੇ ਤੋਂ ਆਖਦੇ ਹਨ ਅਸੀਂ ਤਾਂ ਅਤੀਤ ਹਾਂ, ਫਿਰ ਮਿੱਠਾ ਵੀ ਨਹੀਂ ਪੀਂਦੇ ਮਹਾਰਾਜ, ਝਿੜਕ ਪੈਂਦੇ ਆ ਗੁਰੂ ਸਾਹਿਬ। ਪਾਤਸ਼ਾਹ ਭੁੱਖੇ ਨਹੀਂ ਬੈਠੇ, ਪਦਾਰਥ ਵੀ ਪਾਸ ਹਨ ਉਹਨਾਂ ਦੇ,
ਇਸ ਤੋਂ ਤਾਂ ਗ੍ਰਸਤੀ ਚੰਗਾ ਹੈ। ਪ੍ਰਾਹੁਣਾ ਆਵੇ ਤਾਂ ਹਾਜ਼ਰ ਖਾਤਰ ਕਰਦਾ, ਇਹਨਾਂ ਵਰਗਾ ਕੋਈ ਸੱਤ ਉੱਪਰਾ ਗੀਤ ਆ ਜਾਵੇ ਤਾਂ ਲਾ ਪਾਟੇ ਦੀ ਪਾ ਤਾਂ ਦਿੰਦਾ ਹੈ ਮਹਾਰਾਜ। ਮਰਦਾਨੀ ਨੇ ਹੁਣ ਦਿਲ ਦੀ ਕਹਿ ਦਿੱਤੀ। ਮਹਾਰਾਜ ਨੇ ਕਿਹਾ ਨਾ, ਮਰਦਾਨੇ ਤੇਰੇ ਦਿਲ 'ਚ ਕੋਈ ਗੱਲ ਹੈ, ਜਿਹੜੀ ਗੱਲ ਤੈਨੂੰ ਜਿਹੜੀ ਹੈ ਉਹ ਨਾਮ ਬਦਲ ਤੋੜ ਰਹੀ ਹੈ, ਤੇਰਾ ਖੇੜਾ ਗਵਾਚ ਰਿਹਾ। ਮਰਦਾਨਿਆ ਦੱਸ ਕੀ ਗੱਲ ਹੈ। ਤੇ ਮਰਦਾਨਾ ਨੇ ਕਿਹਾ, ਮਹਾਰਾਜ ਮੈਂ ਇਹਨਾਂ ਜੋਗੀਆਂ ਦੇ ਕੋਲ ਗਿਆ ਸੀ, ਕਿਸੇ ਨੇ ਮੈਨੂੰ ਅਗਿਆਰੀ ਅੱਗ ਦੀ ਨਹੀਂ ਦਿੱਤੀ, ਲੱਕੜਾਂ ਨਹੀਂ ਦਿੱਤੀਆਂ, ਨਾ ਅੰਨ ਦਿੱਤਾ ਹੈ। ਤੇ ਮੈਨੂੰ ਕਹਿੰਦੇ ਆ ਕਿ ਅਸੀਂ ਤਾਂ ਠੀਕ ਆ, ਸਾਡੇ ਕੋਲੋਂ ਕਿਉਂ ਮੰਗਦਾ, ਅਸੀਂ ਤਾਂ ਤੋਂ ਦੱਸ ਕੇ ਘਰ ਬਾਹਰੋਂ ਨਿਕਲੇ, ਸਾਡੇ ਕੋਲੋਂ ਕਿਉਂ ਮੰਗਦਾ ਆ ਕੇ। ਤੇ ਮਹਾਰਾਜ ਨਾ ਹੀ ਮੈਨੂੰ ਮਿੱਠਾ ਬੋਲੇ ਆ, ਬੜਾ ਮਾੜਾ ਬੋਲੇ, ਝਿੜਕ ਪੀਂਦੇ ਸਨ ਮਹਾਰਾਜ। ਸਤਿਗੁਰੂ ਇਹਨਾਂ ਨਾਲ ਚੰਗੇ ਦੀ ਗ੍ਰਸਤੀ ਆ, ਜਿਨ੍ਹਾਂ ਦੇ ਘਰੇ ਕੋਈ ਪ੍ਰਾਹੁਣਾ ਆ ਜਾਏ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਤੇ ਛਕਾਉਂਦੇ ਆ। ਮਹਾਰਾਜ ਨੇ ਤੇ ਲਾ ਪਾਟੇ ਦੀ ਨਹੀਂ ਦਿੱਤੀ, ਇੱਕ ਬੁਕਾਟਾ ਵੀ ਨਹੀਂ ਦਿੱਤਾ ਮੈਨੂੰ। ਸਤਿਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਇਹੋ ਤਾਂ ਵੇਖਣ ਤੇ ਸੁਧਣ ਚੜੇ ਆ, ਫਿਕਰ ਕਿਉਂ ਕਰਦਾ ਮਰਦਾਨਿਆ, ਇਹੋ ਕੁਝ ਤੇ ਕਰਨ ਆਏ ਆ ਆਪਾਂ। ਤੂੰ ਦੁੱਖ ਕਿਉਂ ਮੰਨਿਆ, ਤੂੰ ਕਾਹਦਾ ਦੁੱਖ ਮੰਗਦਾ ਮਰਦਾਨਿਆ। ਫਿਰ ਕਿਤੇ ਨੂੰ ਝਿੜਕਾਂ ਮਾਰੀਆਂ ਉਹਨਾਂ ਨੇ, ਇਹ ਕਿਹੜੀ ਗੱਲ ਹੋਈ ਮਰਦਾਨਿਆ, ਤੂੰ ਕਾਹਦੀ ਵਾਸਤੇ ਤੂੰ ਆਪਣੇ ਮਨ ਦਿਖਾਇਆ ਹੈ, ਆਪਣਾ ਮਨ ਨਾ ਦਿਖਾ। ਮਾਰੇ ਕਹਿੰਦੇ ਇਹ ਕੁਝ ਤੇ ਸੋਧਣ ਵਾਸਤੇ ਆਪਾਂ ਆਏ ਆ। ਦੁੱਖ ਅੰਦਰ ਵਾੜਿਆ ਤਾਂ ਵੱਜ ਪਈ। ਵੇਲਾ ਮਰਦਾਨਿਆ ਤੂੰ ਆਪਣੇ ਦੁੱਖ ਅੰਦਰ ਵਾੜਿਆ ਤੇ ਤੇਰੇ ਅੰਦਰ ਵੱਜ ਪੈ ਗਈ, ਤੇਰਾ ਨਾਮ ਰੁਕ ਗਿਆ, ਤੇਰੀ ਬੰਦਗੀ ਰੁਕ ਗਈ, ਤੇਰਾ ਖੇੜਾ ਖਤਮ ਹੋ ਗਿਆ। ਤੇ ਵੱਜ ਪਈ ਤੇ ਨਾਮ ਗਿਆ, ਨਾਮ ਗਿਆ ਤੇ ਖੇੜਾ ਗਿਆ, ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ। ਮਰਦਾਨਿਆ ਵੇਖ, ਤੂੰ ਆਪਣੇ ਮਨ 'ਚ ਗੱਲ ਲੈ ਕੇ ਆਇਆ ਕਿ ਮੇਰੇ ਨਾਲ ਝਿੜਕਾਂ ਮਾਰੀਆਂ, ਬੁਰਾ ਭਲਾ ਕਿਹਾ। ਮਰਦਾਨਿਆ ਦੇ ਨਾਲ ਤੇਰੇ ਅੰਦਰ ਵੱਜ ਪੈ ਗਈ। ਵੱਜ ਦਾ ਭਾਵ ਕਿ ਤੇਰਾ ਅੰਦਰ ਰੁਕ ਗਿਆ। ਤੇ ਮਰਦਾਨਿਆ ਜਦੋਂ ਵੱਜ ਪੈ ਗਈ, ਫਿਰ ਨਾਮ ਚਲਾ ਗਿਆ। ਨਾਮ ਤੋਂ ਤੇਰਾ ਧਿਆਨ ਉੱਧਰ ਹੀ ਹੈ ਕਿ ਇਹਨਾਂ ਮੈਨੂੰ ਮਾੜਾ ਚੰਗਾ ਕਿਹਾ, ਤੇ ਨਾਮ ਵੱਲੋਂ ਤੇਰਾ ਮਨ ਹਟ ਗਿਆ। ਤੇ ਜਦੋਂ ਨਾਮ ਵੱਲੋਂ ਮਰਦਾਨਿਆ ਤੇਰਾ ਮਨ ਹਟ ਗਿਆ, ਤੇ ਫਿਰ ਮਰਦਾਨਿਆ ਤੇਰਾ ਖੇੜਾ ਗਵਾਚ ਗਿਆ। ਹੁਣ ਨਾਮ ਦੇ ਨਾਲ ਖੇੜਾ ਆਉਣਾ ਸੀ, ਖੇੜਾ ਗਵਾਚ ਗਿਆ। ਤੇ ਮਰਦਾਨਿਆ ਜਦੋਂ ਖੇੜਾ ਚਲਾ ਗਿਆ ਤੇ ਫਿਰ ਜੀਵਨ ਚਲਾ ਗਿਆ। ਮਰਦਾਨਿਆ ਜੇ ਖੇੜਾ ਜੀਵਨ 'ਚ ਚਲਾ ਗਿਆ ਤੇ ਫਿਰ ਜੀਵਨ ਵੀ ਖਤਮ ਹੋ ਗਿਆ। ਹੁਣ ਕੀ ਫਾਇਦਾ ਹੈ ਮਰਦਾਨਿਆ। ਨਿਰਾ ਬਾਲਣ, ਮਰਨ ਕਿਹਾ ਇੱਕ ਬਾਲਣ ਦਾ ਕਰਕੇ ਹੀ, ਬਸ ਇੱਕ ਬਾਲਣ ਦਾ ਕਰਕੇ ਤੂੰ ਇਹ ਕੁਝ ਕੀਤਾ। ਜਿਵੇਂ ਚੁੱਲ੍ਹੇ ਵਿੱਚ ਬਾਲਣ ਦੀ ਕਿਰਿਆ ਹੋ ਰਹੀ ਹੈ, ਤਿਵੇਂ ਸਰੀਰ 'ਚ ਅੰਨ ਦੇ ਬਲਣ ਦੀ ਕਿਰਿਆ ਹੋ ਰਹੀ ਹੈ। ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ, ਜੋ ਜਵਾਲਾਮੁਖੀ ਪਰਬਤ ਬੋਲ ਕੇ ਦੱਸ ਰਹੇ ਹਨ। ਨਿਰਾ ਬਲਣਾ ਪਸ਼ੂ ਪੰਛੀਆਂ ਵਿੱਚ ਹੋ ਰਿਹਾ ਹੈ, ਹੱਥ ਲਾਓ ਤਾਂ ਪੱਥਰਾਂ ਤੋਂ ਨਿੱਕੇ ਲੱਗਦੇ ਹਨ, ਹੈ ਨਾ ਨਿੱਘ ਉਹਨਾਂ ਦੇ ਅੰਦਰ, ਪਰ ਨਿਰਾ ਬਲਣਾ ਅਮਰ ਜੀਵਨ ਨਹੀਂ ਹੈ ਮਰਦਾਨਿਆ। ਹਾਂ ਬਲਣਾ ਚਾਹੀਦਾ ਹੈ, ਸਤਿਗੁਰਾਂ ਨੇ ਕਿਹਾ ਮਰਦਾਨਿਆ ਬਲਣਾ ਚਾਹੀਦਾ ਹੈ। ਸਾਡੇ ਅੰਦਰ ਭੋਜਨ ਵੀ ਬਲ ਰਿਹਾ ਹੈ, ਜਿਹੜਾ ਭੋਜਨ ਖਾਣੇ ਵੀ ਬਲਦਾ ਹੈ। ਤੇ ਮਰਦਾਨਿਆ ਧਰਤੀ ਵੀ ਬਲ ਰਹੀ ਹੈ, ਜਵਾਲਾਮੁਖੀ ਬਲ ਰਹੇ ਆ, ਧਰਤੀ ਵੀ ਬਲ ਰਹੀ ਹੈ, ਪੰਛੀਆਂ ਦੇ ਅੰਦਰ ਵੀ ਅੱਗ ਬਲ ਰਹੀ ਹੈ, ਪੱਥਰ ਵੀ ਬਲ ਰਹੇ ਆ। ਮਰਦਾਨਿਆ ਤੇ ਜਦੋਂ ਹੱਥ ਲਾਈਦਾ ਗਰਮ ਲੱਗਦੇ ਆ ਨਾ, ਪਰ ਮਾਰੇ ਕਹਿੰਦੇ ਮੇਰਾ ਬਲਣਾ ਜਿਹੜਾ ਹੈ ਨਾ ਉਹ ਅਮਰ ਜੀਵਨ ਨਹੀਂ ਹੈ। ਮਰਦਾਨਿਆ ਵੀ ਜਾਣ ਲੱਗ ਉਹ ਆਪਣੇ ਇੱਧਰ ਅੱਗ ਬਾਲੀ ਹੈ ਨਾ ਜਿਹੜੀ ਉਹਨਾਂ ਨਾਲ ਈਰਖਾ ਦੀ। ਸਤਿਗੁਰੂ ਕਹਿੰਦੇ ਮਰਦਾਨਿਆ ਮੇਰਾ ਬਲਣਾ ਜਿਹੜਾ ਹੈ ਨਾ ਉਹ ਜੀਵਨ ਨਹੀਂ ਹੈ। ਜੀਵਾਂ ਦੇ ਅੰਦਰ ਜੋ ਬਲਣਾ ਹੋ ਰਿਹਾ ਹੈ ਉਹ ਸਰੀਰ ਜੀਵਨ ਦੀ ਮਿੱਕ ਪੈਦਾ ਕਰਦਾ ਹੈ। ਜਦੋਂ ਕਿਸੇ ਕਾਰਨ ਜੀਵ ਦੇ ਅੰਦਰੋਂ ਅੱਗ ਬੁਝ ਗਈ, ਜੀਵਨ ਫਿਰ ਉੱਥੇ ਨਹੀਂ ਦਿਸਦਾ। ਬ੍ਰਿਸ਼, ਪਸ਼ੂ, ਪੰਛੀ, ਮਨੁੱਖ ਦਾ ਮਾਮੂਲੀ ਜੀਵਨ ਹੈ। ਸੋ ਇੱਕ ਤਰ੍ਹਾਂ ਦਾ ਬਲਣਾ ਹੈ। ਮਾਰੇ ਕਹਿੰਦੇ ਇਹ ਬਲਣਾ ਹੈ ਜਿਹੜਾ ਸਾਡੇ ਅੰਦਰ ਭੋਜਨ ਪਚਦਾ ਹੈ। ਜੇ ਸਾਧ ਸੰਗਤ ਸਾਡੇ ਅੰਦਰ ਦੀ ਅੱਗ ਬਲਣੋਂ ਹਟ ਜਾਵੇ ਨਾ, ਤੇ ਸਾਡਾ ਭੋਜਨ ਨਹੀਂ ਪਚੇਗਾ ਤੇ ਅਸੀਂ ਮਰ ਜਾਵਾਂਗੇ। ਮਾਰੇ ਕਹਿੰਦੇ ਇਹ ਵੀ ਇੱਕ ਬਲਣਾ ਹੈ ਜਿਹੜਾ ਰੁੱਖਾਂ ਦੇ ਵਿੱਚ ਵੀ ਹੈ, ਪਸ਼ੂਆਂ ਦੇ ਵਿੱਚ ਵੀ ਹੈ, ਪੰਛੀਆਂ ਦੇ ਵਿੱਚ ਵੀ ਹੈ, ਤੇ ਮਨੁੱਖਾਂ ਦੇ ਵਿੱਚ ਵੀ ਹੈ। ਹੋਇਆ ਜੋ ਬਲਣੇ ਦੇ ਆਸਰੇ। ਜੀਵਨ ਵਿੱਚ ਇੱਕ ਜਾਗ ਆਉਂਦੀ ਹੈ, ਉਸ ਵਿੱਚ ਖੇੜਾ ਆਉਂਦਾ ਹੈ ਮਰਦਾਨਿਆ। ਸੋ ਜੇ ਜੀਵ ਉਸ ਖੇੜੇ ਵਿੱਚ ਖੇਡਦਾ ਤਾਂ ਜਿਉਂਦਾ ਹੈ, ਜੇ ਨਹੀਂ ਖੇਡਦਾ ਤੇ ਨਿਰਾ ਬਲਦਾ ਹੈ। ਮਰਦਾਨਿਆ ਵੀ ਯਾਦ ਰੱਖੇ, ਇੱਕ ਉਹ ਅੱਗ ਹੈ ਜਿਹੜੀ ਸਾਡੀ ਰੋਟੀ ਪਚਾਉਂਦੀ, ਜਿਹੜੀ ਅੰਦਰ ਬਲਦੀ ਹੈ ਤੇ ਅਸੀਂ ਜਿਉਂਦੇ ਹਾਂ। ਤੇ ਪਰ ਮਰਦਾਨਿਆ ਇੱਕ ਉਹ ਵੀ ਅੱਗ ਹੈ ਜਿਹੜੀ ਈਰਖਾ ਦੀ ਅੱਗ ਹੈ, ਜਿਹੜੀ ਖੇੜਾ ਗਵਾ ਦਿੰਦੀ ਹੈ ਤੇ ਮਨੁੱਖ ਜਿਹੜਾ ਨਿਰਾ ਬਲਦਾ ਰਹਿ ਜਾਂਦਾ। ਮਰਦਾਨਿਆ ਇਹ ਵੀ ਇੱਕ ਅੱਗ ਹੈ। ਇਹ ਖੇੜੇ ਦਾ ਜੀਵਨ ਅਮਰ ਖੇੜੇ ਦਾ ਜੀਵਨ ਹੋ ਜਾਂਦਾ ਹੈ। ਮਨੁੱਖ ਜੀਏ ਕਿ ਮਰੇ, ਖੇੜੇ ਵਾਲਿਆਂ ਦਾ ਖੇੜਾ ਨਾਲ ਰਹਿੰਦਾ ਹੈ। ਜੋ ਅਸਲੀ ਰੱਬੀ ਖੇੜੇ ਦੇ ਘਰ ਆ ਜਾਂਦੇ ਆ ਮਰਦਾਨਿਆ, ਇੱਥੇ ਉੱਥੇ ਖੇੜੇ ਵਿੱਚ ਰਹਿੰਦਾ ਹੈ। ਤਾਂ ਤੇ ਇਹ ਮਰਦਾਨਿਆ ਸਾਈਂ ਪਿਆਰ ਵਿੱਚ ਖਿੜੇ ਰਹਿਣਾ ਅਸਲੀ ਜੀਵਨ ਹੈ। ਮਰਦਾਨਾ ਜੀ ਸਾਈਂ ਪਿਆਰ ਦੇ ਵਿੱਚ ਜੱਗੇ ਰਹੋ ਤੇ ਖੇੜੇ 'ਚ ਰਹੋ, ਐਵੇਂ ਕਿਸੇ ਨਾਲ ਈਰਖਾ ਨਾ ਕਰੋ।
ਇਹਨਾਂ ਦੇ ਉੱਤੇ ਗੁੱਸਾ ਨਾ ਕਰੋ। ਇਹਨਾਂ ਵਿਚਾਰਿਆਂ ਸਾਧੂਆਂ ਦੇ ਉੱਤੇ ਇਹਨਾਂ ਤੇ ਗੁੱਸਾ ਕਰਨ ਦੇ ਨਾਲ ਤੁਹਾਡੇ ਅੰਦਰਲਾ ਜਿਹੜਾ ਰਸ ਹੈ ਉਹ ਖਤਮ ਹੋ ਰਿਹਾ ਹੈ, ਤੁਹਾਡਾ ਅੰਦਰਲਾ ਖੇੜਾ ਨਾਸ਼ ਹੋ ਰਿਹਾ, ਤੁਹਾਡੇ ਅੰਦਰ ਅੱਗ ਬਣ ਲੱਗ ਪਈ ਹੈ ਈਰਖਾ ਦੀ, ਤੁਹਾਡੇ ਅੰਦਰ ਦੁਆਸ਼ ਦੀ ਅੱਗ ਮਰਦਾਨਾ ਦੀ ਬਣ ਲੱਗ ਪਈ ਹੈ, ਜਿਹਦਾ ਕਰਕੇ ਤੁਹਾਡਾ ਖੇੜੇ ਦਾ ਜੀਵਨ ਗਵਾਚ ਰਿਹਾ ਹੈ। ਇਸ ਕਰਕੇ ਸਾਈਂ ਦੇ ਘਰ ਰਹੋ, ਆਪਣੇ ਅੰਦਰੋਂ ਖੇੜਾ ਜਿਹੜਾ ਨਾ ਗਵਾਚਣ ਦੋ। ਫੇਰ ਕੀ ਹੋਇਆ, ਉਹਦਾ ਸਾਨੂੰ ਬਾਲਣ ਨਹੀਂ ਦਿੱਤਾ, ਫੇਰ ਕੀ ਹੈ, ਤੁਹਾਨੂੰ ਝਗੜਾ ਕੀਤਾ ਤੁਹਾਡੇ ਨਾਲ, ਤੁਹਾਨੂੰ ਮਾੜਾ ਚੰਗਾ ਬੋਲਿਆ। ਇਸੇ ਵਾਸਤੇ ਤੇ ਆਪਾਂ ਇੱਥੇ ਆਏ ਹਾਂ ਮਰਦਾਨੇ ਆ। ਇਸ ਕਰਕੇ ਇਹ ਚਿੰਤਾ ਆਪਣੇ ਮਨ ਚੋਂ ਕੱਢ ਦਓ। ਸੋ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਬਣਵਾਇਆ ਨਾ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਰੀ। ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਾ ਸਾਧ ਸੰਗਤ ਟੋਡੀ ਰਾਗ ਦੇ ਅੰਦਰ, ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ, ਬਲਦਾ ਹੈ ਜੀਵਨ ਕਿਵੇਂ, ਸਿਮਰਨ ਤੋਂ ਬਿਨਾਂ। ਸਰਪ ਜੈਸੀ ਅਰਜਾਰੀ, ਮਹਾਰਾਜ ਕਹਿੰਦੇ ਜਿਵੇਂ ਸੱਪ ਦੀ ਉਮਰ ਲੰਘਦੀ ਹੈ ਵਿਸ਼ ਦੇ ਨਾਲ, ਜ਼ਹਿਰ ਦੇ ਨਾਲ, ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਸਿਮਰਨ ਤੋਂ ਬਿਨਾਂ ਜੀਵਨ ਖੇੜੇ ਵਾਲਾ ਨਹੀਂ ਰਹਿੰਦਾ। ਖੇੜਾ ਜੀਵਨ ਚੋਂ ਸਾਧ ਸੰਗਤ ਜਦੋਂ ਚਲਾ ਜਾਵੇ ਫਿਰ ਉਸ ਤੋਂ ਬਾਅਦ ਬੰਦੇ ਦੇ ਪੱਲੇ ਕੁਛ ਨਹੀਂ ਰਹਿੰਦਾ। ਇਸ ਕਰਕੇ ਜਿਹੜਾ ਈਰਖਾ ਹੈ ਨਾ ਸਾਡੇ ਅੰਦਰ ਦੀ ਈਰਖਾ, ਜਦੋਂ ਆਪਾਂ ਉਹਨੂੰ ਖਤਮ ਕਰ ਲਵਾਂਗੇ ਸਾਧ ਸੰਗਤ, ਤੇ ਸਾਧ ਸੰਗਤ ਆਪਣੇ ਆਪ ਖੇੜਾ ਆ ਜਾਵੇਗਾ। ਦਵੈਸ਼ ਈਰਖਾ ਹੀ ਹੈ ਨਾ, ਜੇ ਸਾਨੂੰ ਕਿਸੇ ਨੇ ਮਾੜਾ ਕਹਿਤਾ ਤੇ ਅਸੀਂ ਉਹਦੇ ਪ੍ਰਤੀ ਮਾੜਾ ਸੋਚਣ ਲੱਗ ਪੈਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਸਮਝਾ ਰਹੇ, ਮਰਦਾਨੇ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਸਮਝਾ ਰਹੇ। ਮਹਾਰਾਜ ਕਹਿੰਦੇ ਕਿਸੇ ਦਾ ਮਾੜਾ ਸੋਚਣਾ ਹੀ ਮਾੜੀ ਗੱਲ ਹੈ। ਮਰਦਾਨਿਆਂ ਉਹਨਾਂ ਦਾ ਮਾੜਾ ਸੋਚ ਰਿਹਾ ਤੂੰ ਹਿਰਦੇ ਦੇ ਵਿੱਚ, ਉਹਨਾਂ ਪ੍ਰਤੀ ਨਫ਼ਰਤ ਪੈਦਾ ਕਰ ਰਿਹਾ। ਮਰਦਾਨਿਆਂ ਇਹੋ ਕਾਰਨ ਤੇ ਆਪਾਂ ਇੱਥੇ ਆਏ ਆ, ਇਹਨਾਂ ਦਾ ਪਾਰ ਉਤਾਰਾ ਕਰਨਾ। ਤੂੰ ਕਿਉਂ ਮਰਦਾਨਿਆਂ ਆਪਣੇ ਅੰਦਰ ਈਰਖਾ ਲੈ ਕੇ ਆਉਣਾ, ਕਿਉਂ ਇਹਨਾਂ ਦੇ ਪ੍ਰਤੀ ਮਾੜੀ ਗੱਲ ਮਨ ਚ ਲੈ ਕੇ ਆਉਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੇ ਉਪਦੇਸ਼ ਦਿੰਦੇ ਆ, ਫਿਰ ਕਿਵੇਂ ਇਹਨਾਂ ਸਿੱਧਾਂ ਦੇ ਨਾਲ ਵਾਰਤਾ ਹੁੰਦੀ ਹੈ। ਇਹ ਕੱਲ ਦੀ ਆਪ ਜੀ ਦੀ ਹਾਜ਼ਰੀ ਪ੍ਰਵਾਨ ਕਰਨੀ, ਕੱਲ ਨੂੰ ਆਪ ਜੀ ਨੇ ਜ਼ਰੂਰ ਜੁੜ ਕੇ ਸਰਵਣ ਕਰਨਾ। ਸੋ ਇੱਥੇ ਹੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।